सहज सुहेला, वाहिगुरु ओहो सहज सुहेला, ओहो सहज सुहेला, ओहो सहज सुहेला। हर नाम अपार अमोली, हर हर नाम अपार अमोली, हर नाम अपार अमोली, हर हर नाम अपार अमोली। वाहिगुरु। गुर सुंदर मोहन पाए करे, हर प्रेम बाणी मन मारे आ, हर प्रेम बाणी मन मारे आ। गुर सुंदर मोहन पाए करे, गुर सुंदर मोहन पाए करे। हर प्रेम बाणी मन मारे आ, हर प्रेम बाणी मन मारे आ। गुर सुंदर मोहन पाए करे, गुर सुंदर मोहन पाए करे। मेरा हृदय सुध बुध विसर गई, मन आशा चिंत विसाया। मेरा हृदय सुध बुध विसर गई, मन आशा चिंत विसारिया, मन आशा चिंत विसारिया, मन आशा चिंत विसारिया। गुर सुंदर मोहन पाए करे, गुर सुंदर मोहन पाए करे। अंतर वेदन प्रेम की, गुर देखत मन साधाया। मैं अंतर वेदन प्रेम की, वेदन प्रेम की, वेदन प्रेम की। मैं अंतर वेदन प्रेम की, मैं अंतर वेदन प्रेम
ਮਨ ਸਾਧਾਰਿਆ। ਗੁਰ ਦੇਖਤ ਮਨ ਸਾਧਾਰਿਆ। ਗੁਰ ਦੇਖਤ ਮਨ ਸਾਧਾਰਿਆ। ਗੁਰ ਸੁੰਦਰ ਮੋਹਨ ਆਏ ਕਰੇ। ਗੁਰ ਸੁੰਦਰ ਮੋਹਨ ਪਾਏ ਕਰੇ। ਵਡ ਭਾਗੀ ਪ੍ਰਭ ਆਏ ਮਿਲ। ਜਨ ਨਾਨਕ ਖਿਨ ਖਿਨਵਾਰਿਆ। ਵਡ ਭਾਗੀ ਪ੍ਰਭ ਆਏ ਮਿਲ। ਜਨ ਨਾਨਕ ਖਿਨ ਖਿਨਵਾਰਿਆ। ਜਨ ਨਾਨਕ ਖਿਨ ਖਿਨ ਵਾਰਿਆ। ਜਨ ਨਾਨਕ ਖਿਨ ਖਿਨ ਵਾਰਿਆ। ਗੁਰ ਸੁੰਦਰ ਮੋਹਨ ਪਾਏ ਕਰੇ। ਗੁਰ ਸੁੰਦਰ ਮੋਹਨ ਪਾਏ ਕਰੇ। ਹਰ ਪ੍ਰੇਮ ਬਾਣੀ ਮਨ ਮਾਰਿਆ। 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 ਗੁਰ ਸੁੰਦਰ ਮੋਹਨ ਪਾਏ ਕਰੇ। ਗੁਰ ਸੁੰਦਰ ਮੋਹਨ ਪਾਏ ਕਰੇ। ਗੁਰ ਸੁੰਦਰ ਮੋਹਨ ਪਾਏ ਕਰੇ। ਵਾਹਿਗੁਰੂ। ਤੇਗ ਬਹਾਦਰ ਸਿਮਰਿਐ। ਤੇਗ ਬਹਾਦਰ ਸਿਮਰਿਐ। ਘਰ ਨੌ ਨਿਧ ਆਵੇ ਧਾਰੇ। 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 ਸਭ ਥਾਈ ਹੋਏ ਸਹਾਏ। ਸਭ ਥਾਈ ਹੋ ਸਹਾਏ। ਸਭ ਥਾਈ ਹੋਏ ਸਹਾਏ। ਸਭ ਥਾਈ ਹੋਏ ਸਹਾਏ। ਤੇਗ ਬਹਾਦਰ ਸਿਮਰਿਐ। ਤੇਗ ਬਹਾਦਰ ਸਿਮਰਿਐ। ਤੇਗ ਬਹਾਦਰ ਸਿਮਰਿਐ। ਵਾਹਿਗੁਰੂ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ। ਸਿਰ ਸ਼ਾਹਾਂ ਪਾਤਸ਼ਾਹ ਨਿਹਚਲ ਚੌਰ ਛਤ। ਪੌੜੀ ਵੜੀ ਵੱਡਾ ਭਾਗ ਤੇਰਾ ਮਰਤਬਾ। ਰੰਗ ਪੰਗ ਨੇ ਗੰਜਾ ਮਰਤਬਾ। ਦੁਨੀਆਂ ਅੰਦਰ ਜੀਉ ਸਭ ਜਾਣਾ। ਸਭ ਕੁਛ ਤੇਰੇ ਵਾਸਤੇ ਰੱਖਾ ਭਲਾ। ਤੇਰਾ ਘਰ ਆਨੰਦ ਉਦਾਈ ਤੁਧ ਕਰ। ਮਾਣ ਮਤਾਂ ਦੇ ਆਪਣਾ ਪੁਜਾਰ। ਸਰਬ ਕਲਾ ਭਰਪੂਰ ਦਿਸੈ ਜਤ ਕਥਾ। ਨਾਨਕ ਦਾਸ ਦਾਸ ਤੁਧ ਆਗੇ ਬਿਨਵਤਾ। ਵਾਹਿਗੁਰੂ। ਪੌੜੀ ਵੜੀ ਵਡਾ ਅਪਾਰ ਤੇਰਾ ਮਰਤਬਾ। ਰੰਗ ਪ੍ਰੰਗ ਨੇਕ ਨਾ ਜਾਪਨ ਕਰਤਬਾ। ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ। ਸਭ ਕੁਛ ਤੇਰੇ ਵਾਸਤੇ ਰੱਖ ਭਲਾ।
ਤੇਰੇ ਕਰ ਆਨੰਦ ਉਦਾਈ ਤੁਧ ਕਰ ਮਾਨ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦੀਸੈ ਜਤ ਕਤਾ ਨਾਨਕ ਦਾਸਨ ਦਾਸ ਤੁਧ ਆਗੇ ਬਿਨਵਤਾ ਸਲੋ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਈ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਗੁਰੂ ਨਾਨਕ ਪਾਦ ਪੰਕਜ ਬੰਦਨ ਪਰ ਸਿਮਰੋ ਅੰਗਦ ਦੁਖ ਨੇ ਕੰਦਨ ਗੁਰ ਅਮਰਦਾਸ ਹਿਰਦੈ ਨਿਤ ਸ੍ਰੀ ਗੁਰੂ ਰਾਮਦਾਸ ਗੁਣ ਗਾਵ ਗੁਰ ਅਰਜਨ ਬਿਘ ਨਾਨਕੀ ਨਾਸ਼ਕ ਬਿਘ ਨਾਨਕੀ ਸ਼੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪਰ ਸ਼੍ਰੀ ਹਰਿ ਰਾਏ ਨਾਮੋ ਕਰ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੁ ਤੇਗ ਬਹਾਦਰ ਪਰਮ ਕਿਰ ਜੀ ਪਰਮ ਕਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਬੇ ਧਰੋ ਧਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰੰਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਹ ਕੀ ਰਚਨਾ ਹੇਰ ਬਚਿਤਰਾ ਵਿਸ਼ਕਰਮਾ ਹੋਇਓ ਚਿਤ ਚਿਤਰਾ। ਸ਼ਰੁਤ ਪਾਠੀ ਹੋਤੀ ਤਤ ਵੇਤੂ ਖਟ ਕਰਮੀ ਕ੍ਰਿਤ ਕੇਵਲ ਹੇਤੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਰਾਜਾਨ ਰਾਜ ਪਾਨਾਨ ਪਾਨ ਦੀਵਾਨ ਦੇਵ ਉਪਮਾ ਮਹਾਨ
साहिबा श्री गुरु तेग बहादुर महाराज जियों के पावन मुबारक स्थानां ते शरदा भावना प्रेम सहित नमस्कार कर रहे सतसंगी जनों, सतगुरु महाराज सच्चे पातशाह धन श्री गुरु नानक देव महाराज जियों के आगमन कथा जो पिछले दिनों दौरान आरंभ हुई है, प्रेम सहित श्रवण कर रहे हाँ। चल रही जो लड़ीवार इतिहास दी विचार है, जिथे कल विचारां कीतियां सन। गुरु नानक देव महाराज सच्चे पातशाह जियां दे अवतरण तो प्रथम जिस जगह पर गुरु नानक देव महाराज जियां दे अवतरण होने हन, उथों दा दृश पेश किया गया। प्रथम धरती वालों जो पुकार परमात्मा दे द्वारे ते कीती गई, प्रभु दे घर वो अरदास बेनती सुनी गई। कारण जेड़े सन पापां दा वध जाना, कोई अवलंब कोई आसरा ना होना, प्रभु ने आप रूप धारण दा निर्णय करना और जिस स्थान जिस नगर जिस ग्रां शहनशाह जियां दा अवतरण होना है, कवि जियां ने उथों दा मनमोहक दृश्य बयान किया है। धन गुरु नानक देव महाराज सच्चे पातशाह जियां दे अवतरण जो नगर तलवंडी विखे, कवि जियां ने उस दृश्य नूं बड़े मनमोहक शब्दां दे नाल बयान किया। बाहर दा इलाका है, एक पासे रावी दरिया पिया वगदा है, दूसरे पासे चनाह है। कहंदे इत्थे कदे काल पिया होवे, कहंदे नामो निशान तक नहीं। इन्ना ये मनमोहक इन्ना मन नूं भा जाण वाला इलाका है। सरवण कीता उस नगर उस पिंड दे दृश्य नूं कि जेकर वेख भी लवे आन के विश्वकर्मा भी वो भी एक बारी हैरान रह जाए भी इन्ना ये सोहना नगर बनाया गया। इथों तक जिहड़ियां लड़ीवार विचारां सन इतिहास दियां साध संगत जीओ सरवण कीतियां हन। आओ करो मन बिरतियां नूं एकागर, धन गुरु नानक देव महाराज जियां दे मुबारक चरण कमलों का ध्यान धरिए। सतगुरु गुरु नानक देव महाराज जियां नूं हिरदे अंदर ध्यान धारदियां मन बिरतियां एकागर करदियां उचारण करो जी सतनाम श्री वाहिगुरु साहिब जी। सतनाम श्री वाहिगुरु साहिब जी। जेह की रचना हेर बचितरा, जिस नगर तलवंडी दी रचना नूं वेख करके, इन्नी सोहनी रचना नूं वेख करके विश्वकर्मा होयो चित चितरा। विश्वकर्मा भी हिरदे अंदर विस्मात तथा हैरान हो जाए। श्रुत पाठी होती तत वेतु, उस नगर दे अंदर श्रुत भाव जिहड़े वेदां नूं पढ़न वाले ते वेदां नूं सुनन वाले जिहड़े तत वेतु ज्ञानवान वसदे हन। खट कर्मी कृत कैवल हेतु, छे कर्म कैवल मोख प्राप्ति दे वास्ते करन वाले जिहड़े उथे नगर दे बशिंदे हन। आस दिजवर जह बसे सुखारे, ऐसी नगरी दे अंदर सारे बड़े सुखी नाल वसदे ने। पंडित लोक ਗਿਆਨਵਾਨ ਤਤਵੇਤਾ ਲੋਕ ਬੜੇ ਸੁਖ ਨਾਲ ਨਗਰ ਵਿੱਚ ਵਸਦੇ ਹਨ। ਛਤਰੀ ਧਰਮ ਯੁੱਧ ਹਿਤ ਧਾਰੇ, ਹਾਂ ਜਿਹੜੇ ਛਤਰੀ ਲੋਕ ਨੇ ਜਿਨ੍ਹਾਂ ਦਾ ਕਰਮ ਯੁੱਧ ਦੇ ਅੰਦਰ ਸ਼ਸਤਰ ਧਾਰ ਕੇ ਜਾਣਾ, ਉਹ ਵੀ ਬੜੇ ਪ੍ਰੇਮ ਸਹਿਤ ਯੁੱਧ ਨੂੰ ਵੀ ਬਹੁਤ ਪ੍ਰੇਮ ਕਰਦੇ ਹਨ। ਬਨ ਕਤਨੀ ਕ੍ਰਿਤ ਬਨ ਜਬ ਨੀਤਾ, ਹਾਂ ਜਿਹੜੇ ਧਨਾੜ ਲੋਕ ਨੇ ਜਿਨ੍ਹਾਂ ਦਾ ਕੰਮ ਸੀ ਵਪਾਰ ਇਤਿਆਦ ਕਰਨਾ, ਉਹ ਵੀ ਨਗਰ ਦੇ ਵਸਿੰਦੇ ਹਨ। ਬਾਤ ਕੁਸਲ ਬੇਦਨ ਪਥ ਪ੍ਰੀਤਾ, ਕੱਲੇ ਉਹ ਧਨਾੜ ਲੋਕ ਹੀ ਨਹੀਂ ਵਸਦੇ, ਉਹ ਵੇਦਾਂ ਨੂੰ ਵੀ ਪ੍ਰੀਤ ਕਰਦੇ ਹਨ।
ਕੱਲਾ ਉਹਨਾਂ ਦਾ ਕੰਮ ਭਾਵੇਂ ਕਿ ਵੈਸ਼ ਕਰਮ ਵਪਾਰ ਕਰਦੇ ਹਨ, ਨਾਲ ਕੱਲਾ ਵਪਾਰ ਹੀ ਨਹੀਂ ਕਰਦੇ, ਵੇਦਾਂ ਨੂੰ ਵੀ ਪ੍ਰੇਮ ਸਹਿਤ ਪੜ੍ਹਦੇ ਸੁਣਦੇ ਹਨ। ਸ਼ੂਦਰ ਸਭਿਨ ਕੀ ਸੇਵ ਕਰੇਈ। ਔਰ ਉਸ ਵਕਤ ਨਗਰ ਦੇ ਅੰਦਰ ਜਿਹੜੇ ਸ਼ੂਦਰ ਲੋਕ ਹਨ, ਜਿਨ੍ਹਾਂ ਨੇ ਆਪਣਾ ਨਾਲ ਹੋਰ ਕਾਰ ਵਿਹਾਰ ਦੇ ਨਾਲ ਲੋਕਾਈ ਦੀ ਸੇਵਾ ਅੰਦਰ ਜਾਣਾ, ਨਿਪੁੰਨ ਕਾਰ ਨਿਜ ਨਿਜ ਮਹਤੇਈ। ਜਿਹੜਾ ਵੀ ਉਹਨਾਂ ਦਾ ਆਪਣਾ ਕਿਰਤ ਵਿਹਾਰ ਹੈ, ਆਪੋ ਆਪਣੇ ਕੰਮਾਂ ਕਾਰਾਂ ਦੇ ਅੰਦਰ ਸਾਧ ਸੰਗਤ ਜੀਓ ਨਿਪੁੰਨ ਹਨ। ਨਰ ਅਰੋਗਤਾ ਯੁਤ ਕੁਸ਼ਲਾਤਾ। ਔਰ ਨਗਰ ਦੇ ਅੰਦਰ ਅਰੋਗਤਾ ਸੁਖੀ ਦੇ ਨਾਲ ਸਾਰੇ ਵਸਦੇ ਹਨ। ਵੈਦਕ ਪਠ ਹੇਤ ਸਭ ਗਿਆਤਾ। ਔਰ ਵੈਦਿਕ ਭਾਵ ਵੇਦਾਂ ਨੂੰ ਬੜੇ ਧਿਆਨ ਨਾਲ ਪੜ੍ਹਦੇ ਸੁਣਦੇ ਹਨ। ਬੇਦੀ ਬੰਸ ਬਸੈ ਤਨ ਧਾਰੀ। ਔਰ ਉਸੇ ਨਗਰ ਦੇ ਅੰਦਰ ਸ਼ਸਤਰ ਧਾਰੀ ਬੇਦੀ ਵੰਸ਼ ਵੀ ਵਸਦੀ ਹੈ। ਯੁੱਧ ਬੇਦਕਾ ਜਿਨ ਹੈ ਸੁਧਾਰੀ। ਜਿਨ੍ਹਾਂ ਨੇ ਯੁੱਧ ਬੇਦਕਾ ਉਹਨਾਂ ਨੇ ਸੁਧਾਰੀ ਹੈ, ਭਾਵ ਯੁੱਧ ਨੂੰ ਉਹ ਬਹੁਤ ਪ੍ਰੇਮ ਕਰਦੇ ਹਨ। ਤੁੰਡ ਕਾਲਿਕਾ ਪਾਵਕ ਕੁੰਡਾ। ਔਰ ਹਿਰਦੇ ਦੇ ਅੰਦਰ ਯੁੱਧ ਵੇਦਕਾ ਜਿਹਨੂੰ ਸੁਧਾਰੀ, ਬੇਦੀ ਭਾਵ ਉਹਨਾਂ ਨੇ ਵੇਦਕਾ ਸੁਧਾਰੀ ਹੈ, ਥੜੀ ਬਣਾਈ ਹੋਈ ਹੈ। ਇੱਥੇ ਇਹ ਕਵੀ ਜੀਆਂ ਨੇ ਅਲੰਕਾਰ ਬੰਨਿਆ ਹੈ ਗੱਲ ਦਾ ਕਿ ਜਿਨ੍ਹਾਂ ਦੇ ਚਿੱਤ ਦੇ ਅੰਦਰ ਯੁੱਧ ਦਾ, ਜੰਗੇ ਸ਼ਸਤਰਧਾਰੀ ਹੋ ਕੇ ਜੰਗ ਦਾ ਅਭਿਆਸ ਕਰਨ ਦਾ ਜਿਨ੍ਹਾਂ ਦੇ ਹਿਰਦੇ ਅੰਦਰ ਬੜਾ ਚਾਉ ਮਲਾਰ ਹੈ, ਥੜੀ ਉਹਨਾਂ ਨੇ ਸੁਧਾਰੀ ਹੈ। ਔਰ ਹਿਰਦੇ ਅੰਦਰ ਸ਼ਸਤਰ ਤਨ ਦੇ ਉੱਪਰ ਧਾਰੇ ਉਹਨਾਂ ਵੇਦੀਆਂ ਨੇ ਨਗਰ ਦੇ ਅੰਦਰ ਵਸਦੇ ਹਨ। ਯੱਗ ਥੰਬ ਸੇ ਸ਼ੋਭਤ ਝੰਡਾ। ਔਰ ਯੱਗ ਦੇ ਜਿਹੜੇ ਥੰਮ ਹਨ, ਝੰਡਾ ਸ਼ੋਭਦਾ ਹੈ। ਕਿਰਪਨ ਸਮਕਾ ਤੁਰਤਾ ਖੋਏ। ਉਹਨਾਂ ਨੇ ਜਿਹੜੀ ਹੁਣ ਕਾਇਰਤਾ ਪੁਣਾ ਹੈ ਤਿਆਗ ਦਿੱਤਾ ਹੈ, ਕਾਇਰ ਪੁਣਾ ਉਹਨਾਂ ਨੇ ਭਜਾ ਦਿੱਤਾ ਹੈ। ਕਰਵਾਰਨ ਕੇ ਕੀਨ ਸਰੋਏ। ਹੁਣ ਚਮਚਿਆਂ ਦੀ ਥਾਂ, ਕਿਉਂਕਿ ਯੱਗ ਦੇ ਅੰਦਰ ਆਹੂਤੀ ਦੇਣ ਵਾਸਤੇ ਵੱਡੇ ਚਮਚੇ ਰੱਖੇ ਹੁੰਦੇ ਹਨ, ਕਹਿੰਦੇ ਹੁਣ ਯੱਗ ਦੇ ਅੰਦਰ ਆਹੂਤੀ ਪਾਉਣ ਵਾਸਤੇ ਉਹਨਾਂ ਚਮਚੇ ਨਹੀਂ, ਬਲਕਿ ਉਹਨਾਂ ਨੇ ਆਪਣੀਆਂ ਕਿਰਪਾਨਾਂ ਰੱਖੀਆਂ ਹੋਈਆਂ ਹਨ। ਇੱਥੇ ਉਹ ਸਾਰਾ ਅਲੰਕਾਰ ਕਵੀ ਜੀ ਬਣ ਰਹੇ ਹਨ ਆਪਣੀ ਗੱਲ ਦਾ। ਉਹਨਾਂ ਨੇ ਚਮਚਿਆਂ ਦੀ ਥਾਂ ਕਿਰਪਾਨਾਂ ਰੱਖੀਆਂ ਹੋਈਆਂ ਹਨ। ਦੁਸ਼ਟਾ ਮਿਖ ਬਹੁ ਦੀਨ ਆਹੂਤੀ। ਔਰ ਜਿਵੇਂ ਯੱਗ ਦੇ ਅੰਦਰ ਆਹੂਤੀ ਪਾਉਂਦੇ ਨੇ ਤੇ ਬੇਦੀਆਂ ਨੇ ਕੀ ਰੱਖਿਆ ਹੈ, ਦੁਸ਼ਟਾਂ ਦਾ ਮਾਸ ਆਹੂਤੀ ਪਾਉਣ ਵਾਸਤੇ ਮਾਸ ਦੀ ਤੌਰ ਤੇ ਵਰਤੋਂ ਕਰਦੇ ਹਨ। ਜਹ ਸਰਪੀ ਸ਼ਰੋਣਤ ਸੰਯੁਤੀ। ਔਰ ਘਿਓ ਦੀ ਥਾਂ ਦੁਸ਼ਮਣਾਂ ਦੁਸ਼ਟਾਂ ਦਾ ਲਹੂ ਪਾਉਂਦੇ ਹਨ। ਇਸ ਪ੍ਰਕਾਰ ਉਹ ਜੰਗ ਦੇ ਨਾਲ ਯੁੱਧ ਅਭਿਆਸ ਦੇ ਅੰਦਰ ਵੀ ਉਹ ਸਾਰੇ ਬੇਦੀ ਨਿਪੁੰਨ ਹਨ। ਅਸ ਬੇਦੀ ਵਾਸੀ ਤਲਵੰਡੀ। ਐਸੇ ਜਿਹੜੇ ਬੇਦੀ ਹਨ ਤਲਵੰਡੀ ਦੇ ਵਾਸੀ ਹਨ। ਜਿਨ ਕੀ ਬਹੁ ਕੀਰਤ ਜਗ ਮੰਡੀ। ਔਰ ਜਿਨ੍ਹਾਂ ਦੀ ਕੀਰਤੀ ਜਗਤ ਦੇ ਅੰਦਰ ਜਸ ਫੈਲ ਰਿਹਾ ਹੈ। ਚਿਰੰਕਾਲ ਤਹ ਰਹਿਤ ਬਿਤਾਈ। ਚਿਰੰਕਾਲ ਜਿਨ੍ਹਾਂ ਨੇ ਉਥੇ ਵਾਸਾ ਕੀਤਾ। ਭਾ ਸ਼ਿਵ ਰਾਮ ਤਾਸ ਕੁਲ ਮਾਹੀ। ਔਰ ਉਸੇ ਕੁਲ ਦੇ ਅੰਦਰ ਸ਼ਿਵ ਰਾਮ ਜੀ ਉਸੇ ਨਗਰ ਦੇ ਅੰਦਰ ਵਸਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀਆਂ ਦੇ ਸਤਿਕਾਰਯੋਗ ਦਾਦਾ ਜੀ ਭਾਈ ਸ਼ਿਵ ਰਾਮ ਜੀ ਉਸੇ ਬੇਦੀ ਕੁਲ ਦੇ ਅੰਦਰ ਉਸੇ ਨਗਰ ਤਲਵੰਡੀ ਵਿੱਚ ਵਸਦੇ ਹਨ। ਬ੍ਰਿਤ ਸ਼ਾਂਤ ਕੀ ਜਿਨ ਮਨ ਕੀਨੀ। ਹੁਣ ਜਿਨ੍ਹਾਂ ਨੇ ਸਤੋ ਗੁਣੀ ਨੂੰ ਧਾਰਨ ਕੀਤਾ ਹੈ, ਬੜਾ ਸਤੋ ਗੁਣੀ ਸੁਭਾਅ ਉਹਨਾਂ ਦਾ ਸ਼ਿਵ ਰਾਮ ਜੀ ਦਾ। ਜੀਵਾ ਰਜ ਤਮ ਕੀ ਤਜ ਦੀਨੀ। ਔਰ ਜਿਨ੍ਹਾਂ ਨੇ ਬਾਕੀ ਜਿਹੜੇ ਰਜੋ ਗੁਣ ਤਮੋ ਗੁਣ ਹਨ ਇਹਨਾਂ ਨੂੰ ਛੱਡ ਦਿੱਤਾ ਹੈ। ਗੁਜ਼ਾਰਨ ਵੀ ਉਹਨਾਂ ਦਾ ਭਾਈ ਸ਼ਿਵ ਰਾਮ ਜੀਆਂ ਦਾ ਸਤੋ ਗੁਣੀ ਸੁਭਾਅ ਹੈ, ਬੜਾ ਸ਼ਾਂਤ ਕੀ ਸੁਭਾਅ ਹੈ ਉਹਨਾਂ ਦਾ। ਹੋਏ ਅਹਿੰਸ ਆਯੁਧ ਕਰ ਛੋਰੇ। ਉਹਨਾਂ ਨੇ ਹੁਣ ਅਹਿੰਸਾਵਾਦੀ ਨੀਤੀ ਨੂੰ ਧਾਰਿਆ ਹੈ, ਹੁਣ ਜੰਗੇ ਯੁੱਧ ਇਤਿਆਦਿਕ ਨੂੰ ਛੱਡ ਦਿੱਤਾ ਹੈ। ਸ਼੍ਰੀਪਤ ਕੋ ਪਦ ਪਦਮ ਨਿਹੋਰੇ। ਔਰ ਮਾਇਆ ਦੇ ਪਤੀ ਸ਼੍ਰੀਪਤ ਪਰਿਪੂਰਨ ਪਰਮਾਤਮਾ ਦੇ ਚਰਨ ਕਮਲਾਂ ਸੰਗ ਉਹ ਪ੍ਰੇਮ ਕਰਨ ਵਾਲੇ ਬਣੇ ਹਨ। ਤੇ ਬਨਾਰਸੀ ਨਾਮ ਸੋਤੀਆ। ਔਰ ਉਹਨਾਂ ਦੀ ਘਰ ਵਾਲੀ ਕਿਹਨਾਂ ਦੇ, ਸ਼ਿਵ ਰਾਮ ਜੀਆਂ ਦੀ ਸੁਪਤਨੀ, ਉਹਨਾਂ ਦੀ ਸੁਪਤਨੀ ਜਿਨ੍ਹਾਂ ਦਾ ਨਾਮ ਸਤਿਕਾਰਯੋਗ ਬਨਾਰਸੀ ਜੀ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਦੇ ਸਤਿਕਾਰਯੋਗ ਦਾਦੀ ਜੀ, ਦਾਦਾ ਸ਼ਿਵ ਰਾਮ ਜੀ, ਦਾਦੀ ਬਨਾਰਸੀ ਜੀ, ਉਹ ਵੀ
ਉਸ ਨਗਰ ਦੇ ਅੰਦਰ ਵਸਦੇ ਹਨ। ਪਤ ਬ੍ਰਤ ਧਰਮ ਜਾਸ ਦਿੜ ਕੀਆ, ਜਿਨ੍ਹਾਂ ਨੇ ਪਤੀ ਵਰਤਾ ਧਰਮ ਦ੍ਰਿੜ ਕੀਤਾ ਹੈ, ਤਿਨ ਤੇ ਸੁਤ ਜੁਗ ਭਏ ਸੁਚਾਲੂ। ਉਹਨਾਂ ਦੇ ਵਿਹੜੇ ਅੰਦਰ ਸਾਧ ਸੰਗਤ ਜੀ 2 ਸੁਪੁੱਤਰ ਪੈਦਾ ਹੋਏ। ਭਾਈ ਸ਼ਿਵ ਰਾਮ ਜੀ ਬਨਾਰਸੀ ਜੀਆਂ ਦੇ ਵਿਹੜੇ ਅੰਦਰ ਪਰਮਾਤਮਾ ਨੇ 2 ਸੁਪੁੱਤਰ ਪੈਦਾ ਕੀਤੇ। ਵੱਡ ਕਾਲੂ ਛੋਟੇ ਸ਼ੁਭ ਲਾਲੂ, ਵੱਡੇ ਦਾ ਨਾਮ ਸਤਕਾਰਿਓ ਕਾਲੂ ਜੀ, ਜਾਂ ਆਪਾਂ ਸਤਕਾਰ ਸਹਿਤ ਮਹਿਤਾ ਕਲਿਆਣ ਦਾਸ ਜੀ ਵੀ ਕਹਿੰਦੇ ਹਾਂ। ਵੱਡੇ ਕਾਲੂ ਜੀ ਹਨ, ਛੋਟੇ ਲਾਲੂ ਜੀ ਹਨ। ਵੱਡ ਭਾਗੀ ਜੋ ਹੈ ਸ਼ੁਭ ਕਰਮੀ, ਉਹ ਵੱਡਿਆਂ ਭਾਗਾਂ ਵਾਲੇ ਸ਼ੁਭ ਕਰਮੀ ਸ੍ਰੇਸ਼ਟ ਗੁਣਾਂ ਦੇ ਮਾਲਕ ਹਨ। ਭਗਤ ਪਰਾਇਣ ਨਿਸ਼ਚਲ ਧਰਮੀ, ਔਰ ਭਗਤ ਪ੍ਰਾਇਣ ਪਰਮਾਤਮਾ ਦੀ ਭਗਤੀ ਵਿੱਚ ਪਰੋਤੇ ਹੋਏ ਹਨ। ਜਪ ਤਪ ਬ੍ਰਤ ਨੇਮ ਸਮੁਦਾਏ, ਉਹਨਾਂ ਨੇ ਜਪ ਤਪ ਦੇਵੀ ਗੁਣਾਂ ਨੂੰ ਧਾਰਨ ਕੀਤਾ। ਕਰਤ ਬਹੁਤ ਜਿਹ ਜਨਮ ਬਿਤਾਏ, ਜਿਨ੍ਹਾਂ ਨੇ ਬੜੇ ਜਨਮ ਸਾਧ ਸੰਗਤ ਜੀਓ ਇਸੇ ਤਰ੍ਹਾਂ ਹੀ ਬਤੀਤ ਕੀਤੇ ਹੋਣ। ਅਨੇਕ ਜਨਮ ਕੀ ਇੱਛਾ ਜਾਸੂ, ਅਨਕ ਜਨਮਾਂ ਦੀ ਜਿਹਦੇ ਹਿਰਦੇ ਦੇ ਅੰਦਰ ਇੱਛਾ ਸੀ, ਵਿਸ਼ਨ ਹੋਏ ਸੁਤ ਗਿਆਨ ਨਿਵਾਸੂ। ਚਿੱਤ ਅੰਦਰ ਇੱਛਾ ਸੀ ਕਿ ਸ਼ਿਵ ਰਾਮ ਜੀਆਂ ਦੇ ਮੇਰੇ ਵਿਹੜੇ ਦੇ ਅੰਦਰ ਵੀ ਗਿਆਨ ਦਾ ਘਰ ਵਿਸ਼ਨੂੰ ਵਤ ਸੁਪੁੱਤਰ ਪੈਦਾ ਹੋਵੇ। ਹਿਰਦੈ ਕਰਤ ਸੰਕਲਪ ਵਿਕਲਪਾ, ਹਿਰਦੇ ਅੰਦਰ ਇਹ ਸਾਰੇ ਸੰਕਲਪ ਵਿਕਲਪ ਬਣਾਉਂਦਿਆਂ ਹੋਇਆਂ ਭਗਤ ਅਧੀਨ ਰਿਜੈ ਗੁਣ ਅਲਪਾ। ਔਰ ਭਗਤੀ ਦੇ ਵਸ ਹੋ ਕੇ ਪਰਿਪੂਰਨ ਪਰਮਾਤਮਾ ਨੇ ਜੋ ਮੁਝ ਲਖੈ ਦੀਨ ਗੁਣ ਨਾਹੀ, ਹਾਂ ਕਹਿੰਦੇ ਜੇ ਮੇਰੇ ਅੰਦਰ ਕੋਈ ਗੁਣ ਨਹੀਂ, ਇਹ ਕੌਣ ਸੋਚ ਰਹੇ ਨੇ? ਸ਼ਿਵ ਰਾਮ ਜੀ ਸੋਚ ਰਹੇ ਨੇ। ਕਹਿੰਦੇ ਜੇ ਮੇਰੇ ਅੰਦਰ ਕੋਈ ਗੁਣ ਜਾਂ ਕੋਈ ਵੀ ਚੰਗਾ ਸ੍ਰੇਸ਼ਟ ਗੁਣ ਨਹੀਂ ਹੈ, ਭਏ ਸੂਕਰੀ ਸਫਰੀ ਮਾਹੀ। ਔਰ ਪਰਮਾਤਮਾ ਜਿੱਦਣ ਪ੍ਰਸੰਨ ਹੋਇਆ ਉਦਣ ਤਾਂ ਉਹ ਨੀਵੀਂ ਜਾਤੀਆਂ ਵਾਲਿਆਂ ਦੇ ਉੱਪਰ ਵੀ ਉਹ ਅਤਿਅੰਤ ਪ੍ਰਸੰਨ ਹੋ ਗਿਆ। ਵਰਾ ਦੇ ਉੱਪਰ ਪਰਮਾਤਮਾ ਪ੍ਰਸੰਨ ਹੋਇਆ, ਮਛਿੰਦਰ ਉੱਪਰ ਪਰਮਾਤਮਾ ਪ੍ਰਸੰਨ ਹੋਇਆ। ਕਮਠੀ ਆਦਿਕ ਬਿਮਤ ਕੁਜਾ ਕੁਜਾਤੀ, ਕਮਠੀ ਭਾਵ ਕਛੂ ਨੀਚ ਭਾਵ ਜਾਤ ਦੇ ਵਿੱਚੋਂ ਉਹਨਾਂ ਉੱਪਰ ਵੀ ਪਰਿਪੂਰਨ ਪਰਮਾਤਮਾ ਅਤਿਅੰਤ ਪ੍ਰਸੰਨ ਹੋਇਆ ਹੈ। ਤਿਨ ਕੇ ਜਨਮ ਲੀਨ ਜਗ ਖਿਆਤੀ, ਉਹਨਾਂ ਦੇ ਵਿਹੜੇ ਅੰਦਰ ਵੀ ਪਰਮਾਤਮਾ ਨੇ ਅਵਤਰਨ ਧਾਰਿਆ। ਪ੍ਰੇਮ ਡੋਰ ਸੋ ਕਰ ਹੈ ਅਕਰਨੀ, ਉਹ ਪਰਮਾਤਮਾ ਦਾ ਸੁਭਾਅ ਐਸਾ ਹੈ, ਇਹ ਪੰਕਤੀ ਪ੍ਰੇਮ ਡੋਰ ਕਰੈ ਸੋ ਅਕਰਨੀ। ਜੇ ਪ੍ਰੇਮ ਹੋਵੇ ਪਰਮਾਤਮਾ ਅਕਰਨੀ ਕਾਰਜ ਵੀ ਕਰਦਾ ਹੈ। ਭਾਵ ਜਿਵੇਂ ਸਤਿਗੁਰੂ ਜੀ ਦੀ ਬਾਣੀ ਦੇ ਅੰਦਰ ਨਾ ਸਾਧ ਸੰਗਤ ਜੀ ਇੱਕ ਵਚਨ ਆਉਂਦਾ ਹੈ, ਜਿੱਥੇ ਭਗਤਾਂ ਦੀ ਰੱਖਿਆ ਦੀ ਗੱਲ ਆਈ ਕਿ ਜਿੱਦਣ ਪ੍ਰੇਮ ਵਸ ਹੋ ਕੇ ਪਰਮਾਤਮਾ ਰੱਖਣ ਤੇ ਆਵੇ, ਉਹ ਬਣਾਏ ਹੋਏ ਨੇਮ ਵੀ ਇੱਕ ਪਾਸੇ ਕਰਕੇ ਆਪਣੇ ਭਗਤਾਂ ਨੂੰ ਉਹ ਰੱਖਦਾ ਹੈ। ਪ੍ਰੇਮ ਵਸ ਹੋ ਕੇ ਉਹ ਕਰਨੀ ਕਾਰਜ ਵੀ ਕਰਦਾ ਹੈ। ਕਾਹਦੇ ਨਾਲ? ਪ੍ਰੇਮ ਵਸ ਹੋ ਕੇ। ਭਾਈ ਸ਼ਿਵ ਰਾਮ ਜੀ ਹਿਰਦੇ ਅੰਦਰ ਸੋਚਦੇ ਨੇ ਕਿ ਮੇਰੇ ਅੰਦਰ ਕੋਈ ਗੁਣ ਨਹੀਂ। ਪਰਮਾਤਮਾ ਫਿਰ ਕੀ ਹੋਇਆ? ਤੂੰ ਉਹਨਾਂ ਲੋਕਾਂ ਦੇ ਉੱਪਰ ਵੀ ਤਰੁੱਠਿਆ, ਪ੍ਰੇਮ ਵਸ ਹੋ ਕੇ ਅਕਰਨੀ ਕਾਰਜ ਵੀ ਤੂੰ ਕਰ ਦੇਣਾ ਹੈ। ਕੀਰਤ ਬਿਮਲ ਬੇਦ ਇਮ ਬਰਨੀ, ਔਰ ਇਹ ਕੀਰਤੀ ਵੇਦਾਂ ਵਿੱਚ ਵਰਣਨ ਕੀਤੀ ਹੋਈ ਹੈ। ਅਦਿਤੀ ਕਸਿਅਪ ਕੋ ਜਿਮ ਧਾਮਾ, ਔਰ ਅਦਿਤੀ ਦੇ ਵਿਹੜੇ ਦੇ ਅੰਦਰ ਜਿਸ ਪ੍ਰਕਾਰ ਅਦਿਤੀ ਤੇ ਕਸਿਅਪ ਦੇ ਵਿਹੜੇ ਦੇ ਅੰਦਰ ਉਪਜਤ ਭਏ ਉਪੇਂਦਰ ਨਾਮਾ, ਔਰ ਉਪੇਂਦਰ ਬਾਵਨ ਰਿਖੀ ਨੇ ਜਨਮ ਲਿਆ। ਆਸਿਆ ਸਾ ਧਰ ਅਸੁਰ ਬਿਨਾਸ਼ੀ, ਇਹ ਆਸਾ ਹਿਰਦੇ ਦੇ ਅੰਦਰ ਧਾਰ ਕੇ ਪਰਿਪੂਰਨ ਪਰਮਾਤਮਾ ਨੂੰ ਹਿਰਦੇ ਅੰਦਰ ਧਿਆਨ ਧਾਰਦਿਆਂ ਭਇਓ ਨਿਰੰਤਰ ਰੂਪ ਉਪਾਸੀ, ਔਰ ਨਿਤਾ ਪ੍ਰਤ ਪਰਿਪੂਰਨ ਪਰਮਾਤਮਾ ਜੀ ਨੂੰ ਆਪਣੇ ਹਿਰਦੇ ਅੰਦਰ ਸ਼ਿਵ ਰਾਮ ਜੀ ਨੇ ਧਿਆਇਆ। ਕਾਲੂ ਨਾਮ ਜਨਮ ਜਬ ਤਾਰਾ, ਵਿਹੜੇ ਦੇ ਅੰਦਰ ਜਿਸ ਵਕਤ ਪੁੱਤਰ ਪੈਦਾ ਹੋਏ, ਕਾਲੂ ਜੀ ਪੈਦਾ ਹੋਏ, ਪੂਰਨ ਆਸਾ ਕੀਨ ਮੁਰਾਰਾ, ਮੁਰਾਰੀ ਪ੍ਰਭੂ ਨੇ ਹਿਰਦੇ ਦੀਆਂ ਜਿਹੜੀਆਂ ਆਸਾਂ ਸਨ ਉਹ ਪੂਰੀਆਂ ਕਰ ਦਿੱਤੀਆਂ। ਜਿਹੜੀਆਂ ਹਿਰਦੇ ਦੇ ਅੰਦਰ ਵਿਚਾਰ ਸੀ, ਆਸਾ ਸੀ, ਇਹ ਪਰਿਪੂਰਨ ਪਰਮਾਤਮਾ
ਰਹਿਮਤ ਕਰ ਮੇਰੇ ਵਿਹੜੇ ਅੰਦਰ ਵੀ ਅਜਿਹੀ ਸੰਤਾਨ ਬਖਸ਼। ਸੁਤ ਕਾਲੂ ਭਿਖ ਪਿਤ ਸ਼ਿਵ ਰਾਮੂ ਔਰ ਪੁੱਤਰ ਕਾਲੂ ਜੀਆਂ ਨੂੰ ਵੇਖ ਕਰਕੇ ਤਿਨਾਂ ਦੇ ਪਿਤਾ ਸ਼ਿਵਰਾਮ ਜੀਆਂ ਨੇ ਪਾਨ ਗ੍ਰਹਿਣ ਕੀਯ ਕੀਰਤ ਧਾਮੂ। ਔਰ ਜਦੋਂ ਵੱਡੇ ਹੋਏ ਉਹਨਾਂ ਦਾ ਵਿਵਾਹ ਕਾਲੂ ਜੀਆਂ ਦਾ ਵਿਵਾਹ ਕੀਤਾ। ਤੀਯ ਪਤ ਬਰਤਾ ਗੁਣ ਨਿਦ ਸੋਊ। ਔਰ ਉਹਨਾਂ ਦੀ ਸੁਪਤਨੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਾਨਕੇ ਪਿੰਡ ਚਹਿਲ ਥਾਣਾ ਬਰਕੀ ਜ਼ਿਲ੍ਹਾ ਲਾਹੌਰ ਦੇ ਅੰਦਰ ਹਨ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪਿਤਾ ਸਤਿਕਾਰਯੋਗ ਮਹਿਤਾ ਕਲਿਆਣ ਦਾਸ ਜੀ ਜਾਂ ਕਾਲੂ ਜੀ ਉਹਨਾਂ ਦੇ ਵਿਵਾਹ ਕਰਾਏ ਸ਼ਿਵਰਾਮ ਜੀਆਂ ਨੇ। ਔਰ ਜਿਹੜੀ ਉਹਨਾਂ ਦੇ ਵਿਹੜੇ ਦੇ ਅੰਦਰ ਸੁਪਤਨੀ ਆਈ ਇਹ ਸੁਸ਼ੀਲਤਾ ਕਹਿ ਸਕ ਕੋ। ਹਾਂ, ਉਹਦੀ ਸੁਸ਼ੀਲਤਾ ਔਰ ਉਹਦੇ ਦੇਵੀ ਗੁਣ ਬਹੁਤਾਤ ਵਿੱਚ ਮਾਲਕ ਨੇ ਦੇਵੀ ਗੁਣਾ ਨਾਲ ਲਬਰੇਜ਼ ਕੀਤੇ ਹਨ। ਸਾਧਵੀ ਪਾਏ ਕਾਲ ਬਹੁ ਕਾਲੂ। ਬਹੁਤਾਤ ਸਮਾਂ ਪਰਿਪੂਰਨ ਪਰਮਾਤਮਾ ਦੀ ਚਰਨ ਬੰਦਗਾਂ ਦੇ ਅੰਦਰ ਕੀਏ ਬਰਤ ਤਪ ਕਠਨ ਬਿਸਾਲੂ। ਬੜੇ ਉਹਨਾਂ ਦੰਪਤੀ ਜੋੜੇ ਨੇ ਸਤਿਕਾਰਯੋਗ ਭਾਈ ਕਾਲੂ ਜੀ ਮਹਿਤਾ ਕਲਿਆਣ ਦਾਸ ਜੀ ਤਥਾ ਤਿਨਾਂ ਦੇ ਸੁਪਤਨੀ ਮਾਤ ਤ੍ਰਿਪਤਾ ਜੀ। ਬੜੇ ਉਹਨਾਂ ਨੇ ਜਿਹੜੇ ਤਪ ਇਤਿਆਦਿਕ ਉਹਨਾਂ ਨੇ ਘਾਲੇ ਹਨ। ਸਾਧ ਸੰਗਤ ਜੀ, ਜਿਸ ਪ੍ਰਕਾਰ ਆਪਾਂ ਦਸਮ ਪਿਤਾ ਜੀਆਂ ਦੇ ਪਾਵਨ ਪਵਿੱਤਰ ਬਚਨ ਪੜ੍ਹਨੇ ਹਾਂ, ਤਾਤ ਮਾਤ ਮੁਰ ਅਲਖ ਅਰਾਧਾ ਬਹੁ ਵਿਦ ਜੋਗ ਸਾਧਨਾ ਸਾਧਾ ਤਿਨ ਜੋ ਕਰੀ ਅਲਖ ਕੀ ਸੇਵਾ ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਜਿਸ ਪਰਿਪੂਰਨ ਪਰਮਾਤਮਾ ਨੇ ਅਵਤਰਨ ਧਾਰਨਾ ਹੈ, ਜਿਸ ਵਿਹੜੇ ਅੰਦਰ ਜਿਸ ਉਦਰ ਦੇ ਅੰਦਰ, ਉਹਦੀ ਵੀ ਭਗਤੀ ਕੋਈ ਘੱਟ ਨਹੀਂ ਹੋਵੇਗੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਾਂ ਹੀ ਤਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਬਚਨ ਲਿਖਦੇ ਹਨ, ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਤਾ ਜੋਗ ਹੈ ਉਹ ਪਿਤਾ, ਧਨ ਹੈ ਉਹ ਕੁਲ, ਧਨ ਹੈ ਉਹ ਜਨਨੀ ਜਿਸ ਦੇ ਉਦਰ ਤੋਂ ਗੁਰੂ ਨੇ ਅਵਤਰਨ ਲਿਆ ਹੈ। ਸਤਿ ਸ੍ਰੀ ਅਕਾਲ। ਐਸੇ ਸਤਿਕਾਰਯੋਗ ਮਾਤ ਤ੍ਰਿਪਤਾ ਜੀ ਇੱਥੇ ਕਵੀ ਜੀਆਂ ਨੇ ਬਚਨ ਲਿਖੇ। ਕਹਿੰਦੇ ਉਹਨਾਂ ਨੇ ਸਤਿਕਾਰਯੋਗ ਮਹਿਤਾ ਕਾਲੂ ਜੀ ਨੇ, ਸਤਿਕਾਰਯੋਗ ਮਾਤ ਤ੍ਰਿਪਤਾ ਜੀਆਂ ਨੇ ਬੜੀ ਉਹਨਾਂ ਨੇ ਤਪ ਤੇ ਕਠਨ ਉਹਨਾਂ ਨੇ ਤਪੱਸਿਆ ਘਾਲੀ। ਚਿਰੰਕਾਲ ਇਵ ਦੰਪਤ ਬੀਤਾ। ਇਸ ਪ੍ਰਕਾਰ ਦੰਪਤੀ ਉਹਨਾਂ ਦਾ ਚਿਰੰਕਾਲ ਇਹ ਸਮਾਂ ਇਸ ਪ੍ਰਕਾਰ ਬਤੀਤ ਹੋਇਆ। ਹਰ ਪਦ ਪੰਕਜ ਜਿਨ ਮਨ ਪ੍ਰੀਤਾ। ਔਰ ਹਰੀ ਦੇ ਚਰਨ ਕਮਲਾਂ ਦੀ ਪ੍ਰੀਤ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਹੈ। ਤਲਵੰਡੀ ਮਹਿਰਾਏ ਬੁਲਾਰੂ। ਨਗਰ ਤਲਵੰਡੀ ਦੇ ਅੰਦਰ ਰਾਏ ਬੁਲਾਰ ਜੀ। ਸੋਦਰ ਸਮ ਕਾਲੂ ਸੰਗ ਪਿਆਰੂ। ਬੜਾ ਪਿਆਰ ਹੈ ਉਹਨਾਂ ਦਾ ਕਾਲੂ ਜੀਆਂ ਦੇ ਨਾਲ। ਰਾਏ ਬੁਲਾਰ ਜੀ ਦਾ ਭਾਈ ਕਾਲੂ ਜੀਆਂ ਦੇ ਨਾਲ ਬਹੁਤਾਤ ਅੰਦਰ ਜਿਵੇਂ ਭਰਾਵਾਂ ਵੱਤ ਪਿਆਰ ਹੋਵੇ ਅਜਿਹਾ ਪਿਆਰ ਸੀ। ਜਿਤੇ ਗ੍ਰਾਮ ਕੋ ਸੋ ਅਧਿਕਾਰੀ। ਜਿੰਨੇ ਪਿੰਡਾਂ ਦਾ ਵੀ ਉਹ ਮਾਲਕ ਸੀ, ਅਧਿਕਾਰੀ ਸੀ। ਸਭ ਕੀ ਦਈ ਕਾਰ ਪਟਵਾਰੀ। ਉਹਨਾਂ ਸਾਰੇ ਪਿੰਡਾਂ ਦੀ ਕਾਰ ਭਾਈ ਮਹਿਤਾ ਕਲਿਆਣ ਦਾਸ ਕਾਲੂ ਜੀਆਂ ਨੂੰ ਉਹਨਾਂ ਨੇ ਸਾਰੀ ਕਾਰ ਮੁਖਤਿਆਰੀ ਬਖਸ਼ੀ ਹੋਈ ਸੀ। ਕੱਲੇ ਇੱਕ ਪਿੰਡ ਦੇ ਉਹ ਪਟਵਾਰੀ ਨਹੀਂ, ਉਹ ਕਈ ਪਿੰਡਾਂ ਦੇ ਉੱਪਰ, ਜਿਵੇਂ ਹੁਣ ਆਪਾਂ ਕਹਿ ਲਈਏ ਵੀ ਕੋਈ ਹੋਰ ਵੱਡੀ ਪੋਸਟ ਹੋਵੇ ਪਟਵਾਰੀ ਤੋਂ, ਕਈ ਪਿੰਡਾਂ ਦੀ ਕਾਰ ਮੁਖਤਿਆਰੀ ਹੋਵੇ। ਭਾਈ ਕਾਲੂ ਜੀਆਂ ਦੇ ਕੋਲ, ਉਹਨਾਂ ਕੋਲ ਇਹ ਉੱਚੀ ਪੋਸਟ ਦੇ ਉੱਪਰ ਇਸ ਕਾਰ ਮੁਖਤਿਆਰੀ ਤੇ ਉਹ ਕਿਰਤ ਕਰਦੇ ਸਨ। ਅਸਬਿਦ ਬਿਲਸਤ ਅਨਿਕ ਬਿਲਸ ਬਿਲਾਸਾ। ਇਸ ਪ੍ਰਕਾਰ ਸਾਧ ਸੰਗਤ ਜੀਓ ਆਨੰਦ ਸਹਿਤ ਸਮਾਂ ਬਤੀਤ ਹੋਇਆ। ਸੰਪਤਿ ਔਰ ਧਰ ਹੀ ਸੁਤ ਆਸਾ। ਔਰ ਹਿਰਦੇ ਦੇ ਅੰਦਰ ਸੰਤਾਨ ਪ੍ਰਾਪਤੀ ਦਾ ਵਿਚਾਰ ਆਇਆ। ਸਾਧਵੀ ਗਰਭ ਧਰਨ ਪੁੰਨ ਕੀਨਾ। ਔਰ ਸਤਿਕਾਰਯੋਗ ਮਾਤ ਤ੍ਰਿਪਤਾ ਜੀਆਂ ਨੇ ਗਰਭ ਧਾਰਨ ਕੀਤਾ। ਜਨਮੀ ਤਨੀਆ ਸੁਮਤ ਪ੍ਰਬੀਨਾ। ਔਰ ਵਿਹੜੇ ਦੇ ਅੰਦਰ ਮਾਲਕ ਜੀਆਂ ਨੇ ਬੜੀ ਸੁਮਤਵਾਨ ਪ੍ਰਬੀਨਾ ਧੀ ਮਾਲਕ ਜੀਆਂ ਨੇ ਬਖਸ਼ਿਸ਼ ਕੀਤੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਅਵਤਰਨ ਤੋਂ 5 ਸਾਲ ਪਹਿਲਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਤੋਂ
5 ਸਾਲ ਵੱਡੇ ਨੇ ਉਹਨਾਂ ਦੇ ਭੈਣ ਸਤਿਕਾਰਯੋਗ ਬੇਬੇ ਨਾਨਕੀ ਜੀ। 1464 ਦਾ ਉਹਨਾਂ ਦਾ ਜਨਮ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ 1469 ਦਾ ਹੈ। 5 ਸਾਲ ਵੱਡੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਤੋਂ। ਮਾਲਕ ਪ੍ਰਸੰਨ ਹੋਇਆ। ਘਰ ਦੇ ਅੰਦਰ ਮਾਲਕ ਨੇ ਸੁਸ਼ੀਲ ਕੰਨਿਆ ਦੀ ਦਾਤ ਬੇਬੇ ਨਾਨਕੀ ਦੇ ਰੂਪ ਵਿੱਚ ਇਸ ਸੁਭਾਗ ਜੋੜੀ ਦੀ ਝੋਲੀ ਵਿੱਚ ਬਖਸ਼ੀ। ਹਿਮਗਿਰ ਮੈਨਾ ਕੇ ਘਰ ਮਾਹੀ, ਔਰ ਜਿਸ ਪ੍ਰਕਾਰ ਹਿਮ ਪਹਾੜ ਗਿਰ ਮੈਨਾ ਉਹਦੀ ਪਤਨੀ ਦੇ ਘਰ ਦੇ ਅੰਦਰ ਪਾਰਬਤੀ ਜਨਮੀ ਜਿਵ ਆਹੀ। 6 ਗੁਣਾ ਸਹਿਤ ਪਾਰਬਤੀ ਉਹਨੇ ਜਨਮ ਲਿਆ ਹੋਵੇ। ਭਈ ਸੁਸ਼ੀਲਾ ਸਭ ਗੁਣ ਖਾਨੀ, ਔਰ ਸ਼ੁਭ ਗੁਣਾਂ ਦੀ ਖਾਨ ਸੁਸ਼ੀਲਾ ਬੇਬੇ ਨਾਨਕੀ ਜੀ। ਮਨਹੁ ਭਗਤ ਧਰ ਦੇਹ ਸੁਹਾਨੀ, ਜਿਨੇ ਭਗਤੀ ਦੀ ਹੀ ਦੇ ਧਾਰਨ ਕੀਤੀ ਹੋਵੇ। ਕਾਲ ਬਤੀਤ ਭਇਓ ਪਛਾਤਾ, ਔਰ ਸਾਧ ਸੰਗਤ ਜੀਓ ਇਸ ਪ੍ਰਕਾਰ ਹੋਰ ਸਮਾਂ ਵੀ ਬਤੀਤ ਹੋਇਆ। ਕਾਲੂ ਰਤ ਲਖ ਕਰ ਜਗ ਦਾਤਾ। ਔਰ ਕਹਿੰਦੇ ਸ਼੍ਰੀ ਕਾਲੂ ਜੀਆਂ ਦੇ ਅੰਦਰ ਦੀ ਪ੍ਰੀਤੀ ਔਰ ਉਹਨਾਂ ਦੀ ਅੰਦਰ ਦੀ ਭਗਤੀ ਨੂੰ ਜਾਣਦਿਆਂ ਜਗਦਾਤੇ ਨੇ ਸੋਚਿਆ। ਸ਼੍ਰੀ ਮਹਿਤਾ ਕਲਿਆਣ ਦਾਸ ਜੀ ਉਹਨਾਂ ਦੇ ਅੰਦਰ ਦੀ ਭਗਤੀ ਨੂੰ ਪ੍ਰੇਮ ਨੂੰ ਜਾਣਦਿਆਂ ਹੋਇਆਂ ਜਗਦਾਤਾ ਪਰਿਪੂਰਨ ਪਰਮਾਤਮਾ ਨੇ ਹੋਵੋ ਪੁੱਤਰ ਤਾਸ ਮੈਂ ਜਾਈ, ਮੈਂ ਉਹਦੇ ਵਿਹੜੇ ਦੇ ਅੰਦਰ ਪੁੱਤਰ ਰੂਪ ਦੇ ਅੰਦਰ ਪੈਦਾ ਹੋਵਾਂ। ਮੈਂ ਉਹਨਾਂ ਦੇ ਵਿਹੜੇ ਦੇ ਅੰਦਰ ਪੁੱਤਰ ਰੂਪ ਵਿੱਚ ਪੈਦਾ ਹੋਵਾਂ। ਅਸ ਵਿਚਾਰ ਆਏ ਜਗ ਰਾਈ, ਇਹ ਵਿਚਾਰ ਪਰਮਾਤਮਾ ਦੇ ਹਿਰਦੇ ਅੰਦਰ ਆਈ। ਦੁਤੀਏ ਗਰਭ ਕੋ ਧਾਰਨ ਮਾਤ ਕੀਤਾ, ਤ੍ਰਿਪਤਾ ਜੀਆਂ ਨੇ ਦੁਤੀਆ ਗਰਭ ਦੂਸਰੀ ਵਾਰ ਗਰਭ ਧਾਰਨ ਕੀਤਾ। ਪਤ ਬ੍ਰਤ ਧਰਮ ਜਾਸ ਮਨ ਲੀਨਾ, ਜਿਹੜੇ ਪਤੀ ਧਰਮ ਦੇ ਅੰਦਰ ਪਰਪੱਕ ਹੈਨ। ਜਿਉ ਦੁਤੀਆ ਕੋ ਬ੍ਰਿਦਤ ਚੰਦੂ, ਜਿਸ ਪ੍ਰਕਾਰ ਦੂਜ ਦਾ ਚੰਦਰਮਾ ਸਾਧ ਸੰਗਤ ਜੀਓ ਵੱਧਦਾ ਹੈ, ਤੇ ਸਮ ਗਰਭ ਰੂਪ ਸੁਖ ਕੰਦੂ। ਔਰ ਇਸ ਪ੍ਰਕਾਰ ਉਹ ਹੌਲੀ ਹੌਲੀ ਪਰਿਪੂਰਨ ਪਰਮਾਤਮਾ ਦਾ ਜਿਵੇਂ ਵਾਸਾ ਹੋਇਆ ਸੁਖ ਕੰਦੂ ਵਧਣ ਲੱਗੇ। ਜਦਪ ਭੂਖਨ ਸਕਲ ਉਤਾਰੇ, ਮਾਤ ਤ੍ਰਿਪਤਾ ਜੀ ਜਦੋਂ ਉਹ ਤਨ ਦੇ ਉੱਪਰ ਗਹਿਣੇ ਧਾਰਦੇ ਹਨ ਤਾਂ ਵੀ ਉਹ ਅਧਿਕ ਸੁੰਦਰ ਜਾਪਦੇ ਨੇ। ਜੇ ਹੁਣ ਆਪਣੇ ਤਨ ਤੋਂ ਉਹ ਗਹਿਣੇ ਉਤਾਰ ਵੀ ਦਿੰਦੇ ਨੇ ਤਾਂ ਵੀ ਉਹ ਅਤਿਅੰਤ ਸੁੰਦਰ ਨੇ। ਇੱਥੇ ਹੁਣ ਕਵੀ ਸੰਤੋਖ ਸਿੰਘ ਜੀਆਂ ਨੇ ਜਿਹੜੇ ਅਲੰਕਾਰ ਬੰਨੇ ਨੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਆਪਾਂ ਪਾਵਨ ਬਾਣੀ ਵਿੱਚੋਂ ਬਚਨ ਪੜ੍ਹਨੇ ਆ, ਉਧਰੈ ਮਾਹੇ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ। ਜਿਵੇਂ ਸ਼ਹਿਨਸ਼ਾਹ ਜੀਆਂ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਲਕ ਉਹ ਸ੍ਰਿਸ਼ਟੀ ਦੇ ਕਰਤਾ। ਇੱਥੇ ਕਵੀ ਜੀਆਂ ਨੇ ਸਤਿਕਾਰਯੋਗ ਮਾਤ ਤ੍ਰਿਪਤਾ ਜੀਆਂ ਦੀ ਉਪਮਾ ਅੰਦਰ ਬਚਨ ਲਿਖੇ। ਤਦਪ ਸੁੰਦਰਤਾ ਅਧਿਕ ਉਜਾਰੇ, ਅਧਿਕ ਸੁੰਦਰਤਾ ਜਾਪਦੀ ਹੈ। ਕਾਲੂ ਤੀ ਬੈਸੇ ਜਿਸ ਅੰਦਰ, ਦੇ ਸਤਿਕਾਰਯੋਗ ਸ਼੍ਰੀ ਕਾਲੂ ਜੀਆਂ ਦੇ ਸੁਪਤਨੀ ਜਿਸ ਅੰਦਰ ਜਿਸ ਘਰ ਦੇ ਅੰਦਰ ਜਿਸ ਥਾਂ ਤੇ ਉਹ ਬੈਠਦੇ ਹਨ, ਅਤ ਸ਼ੋਭਾ ਸੋ ਲੱਗੈ ਸੋ ਸੁੰਦਰ। ਉਹ ਵੀ ਥਾਂ ਵੀ ਉਹ ਸੋਹਣੀ ਹੋ ਜਾਂਦੀ ਹੈ। ਜਿੱਥੇ ਉਹ ਬੈਠਦੇ ਨੇ ਮਾਂ ਤ੍ਰਿਪਤਾ ਉਹ ਥਾਂ ਵੀ ਅਤਿਅੰਤ ਸੁੰਦਰ ਹੋ ਜਾਂਦੀ ਹੈ। ਸੁਨ ਸੰਦੇਹ ਕਰੈ ਜਿਨ ਕੋ, ਇੱਥੇ ਨਾਲ ਕਵੀ ਜੀਆਂ ਨੇ ਬਚਨ ਵੀ ਲਿਖ ਦਿੱਤੇ। ਕਹਿੰਦੇ ਲੋਕੋ ਜੇ ਕੋਈ ਇਸ ਗੱਲ ਵਿੱਚ ਕੋਈ ਵੀ ਰਾਈ ਮਾਤਰ ਵੀ ਸ਼ੱਕ ਕਰੇ, ਕੋਟ ਬ੍ਰਹਮੰਡ ਸ਼ੋਭਦਾ ਜੋ, ਉਹ ਜਿਹੜਾ ਪਰਿਪੂਰਨ ਪਰਮਾਤਮਾ ਕਰੋੜਾਂ ਬ੍ਰਹਮੰਡਾਂ ਨੂੰ ਸ਼ੋਭ ਰਿਹਾ ਹੈ, ਉਹਨਾਂ ਨੂੰ ਪ੍ਰਕਾਸ਼ ਪਿਆ ਦਿੰਦਾ ਹੈ। ਤੇ ਨਿਵਾਸ ਕੀਨੋ ਜਿਹ ਥਾਈ, ਉਸ ਜਿਸ ਪਰਿਪੂਰਨ ਪਰਮਾਤਮਾ ਜਿਹੜਾ ਕਰੋੜਾਂ ਬ੍ਰਹਮੰਡਾਂ ਦੇ ਅੰਦਰ ਸ਼ੋਭ ਰਿਹਾ, ਸਾਰਿਆਂ ਨੂੰ ਪ੍ਰਕਾਸ਼ ਤੇਜ ਦੇਣ ਵਾਲਾ, ਤੇ ਜਿਹੜਾ ਆਪ ਆਣ ਕੇ ਉਦਰ ਦੇ ਅੰਦਰ ਉਹਨੇ ਨਿਵਾਸ ਕੀਤਾ ਹੋਵੇ, ਉਹ ਥਾਂ ਕਿਉਂ ਨਾ ਸ਼ੋਭਾ ਵਾਲੀ ਹੋਵੇਗੀ। ਸਤਿ ਸ੍ਰੀ ਅਕਾਲ। ਜਿਹੜਾ ਪਰਿਪੂਰਨ ਪਰਮਾਤਮਾ ਕੋਟ ਬ੍ਰਹਮੰਡਾਂ ਨੂੰ ਤੇਜ ਦੇਣ ਵਾਲਾ ਪਰਿਪੂਰਨ ਪਰਮਾਤਮਾ ਅੱਜ ਉਹਨੇ ਨਿਵਾਸ ਕੀਤਾ ਹੈ ਮਾਤਾ ਤ੍ਰਿਪਤਾ ਦੇ ਉਦਰ ਦੇ ਅੰਦਰ, ਤੇ ਉਹ ਫਿਰ ਥਾਂ ਵੀ ਜਿਹੜੀਆਂ ਥਾਵਾਂ ਤੇ ਮਾਤ ਜੀ ਬੈਠਦੇ ਨੇ
ਉਹ ਥਾਂ ਕਿਉਂ ਨਾ ਸ਼ੋਭਨੀਕ ਹੋਈ ਹੋਵੇਗੀ। ਕਿਉ ਨਾ ਹੋਏ ਤੇ ਸ਼ੋਭ ਸਵਾਈ। ਉੱਥੇ ਕਿਉਂ ਨਾ ਸਵਾਈ ਸ਼ੋਭਾ ਹੋਵੇਗੀ। ਜਾਂ ਦਿਨ ਤੇ ਆਏ ਜਗ ਸੁਆਮੀ। ਜਦੋਂ ਦੇ ਜਗਤ ਦੇ ਸੁਆਮੀ ਆਏ ਹਨ। ਭਏ ਸਰਲਪੁਰ ਮਹਿ ਜੇ ਥਾਮੀ। ਔਰ ਜਿਹੜੇ ਜਿਹੜੇ ਵੀ ਨਗਰ ਦੇ ਅੰਦਰ ਟੇਢੇ ਚੱਲਣ ਵਾਲੇ ਨੇ, ਕਹਿੰਦੇ ਉਹਨਾਂ ਦਾ ਵੀ ਸੁਭਾਅ ਦੇ ਅੰਦਰ ਬੜਾ ਇੱਕੋ ਦਮ ਪਰਿਵਰਤਨ ਆਇਆ ਹੈ। ਸੋਚ ਸੰਤੋਖ ਧਰਮ ਸਤ ਕਰੁਣਾ। ਸਾਰੇ ਨਗਰ ਦੇ ਅੰਦਰ ਜਿਹੜੇ ਬਾਮੀ ਟੇਢੇ ਚੱਲਣ ਵਾਲੇ ਨੇ, ਉਹਨਾਂ ਅੰਦਰ ਵੀ ਸਤ ਸੰਤੋਖ ਦੇਵੀ ਗੁਣਾ ਨੇ ਨਿਵਾਸ ਕਰ ਲਿਆ। ਕਿਉਂ? ਪਰਿਪੂਰਨ ਪਰਮਾਤਮਾ ਜਗਤ ਦਾ ਮਾਲਕ ਪਿਆ ਆ ਰਿਹਾ ਹੈ। ਕਹਿੰਦੇ ਦੇਵੀ ਗੁਣ ਨਗਰ ਦੇ ਜਿਹੜੇ ਵਸਿੰਦੇ ਲੋਕ ਨੇ, ਉਹਨਾਂ ਅੰਦਰ ਵੀ ਦੇਵੀ ਗੁਣਾ ਨੇ ਆਣ ਵਾਸਾ ਕੀਤਾ। ਆਸ ਸ਼ੁਭ ਕਰਮਨ ਮਹਿ ਆਚਰਨਾ। ਉਹਨਾਂ ਦੇ ਵੀ ਆਚਰਣ ਦੇ ਅੰਦਰ ਸ਼ੁਭ ਦੇਵੀ ਗੁਣ ਆਏ। ਸੀਤ ਸੁਗੰਧਤ ਮੰਦ ਸਮੀਰਾ। ਔਰ ਜਿਹੜੀ ਹਵਾ ਪਈ ਰੁਮਕਦੀ ਹੈ, ਠੰਡੀ ਹਵਾ, ਬੜੀ ਹੀ ਮਨ ਨੂੰ ਮੋਹ ਲੈਣ ਵਾਲੀ। ਚੱਲੈ ਜੋ ਹਰ ਜੀ ਸਭ ਬਿਦ ਪੀਰਾ। ਜਦੋਂ ਉਹ ਠੰਡੀ ਹਵਾ ਰੁਮਕਦੀ ਹੈ ਔਰ ਸਾਰੇ ਤਨ ਦੀ ਪੀੜਾ ਨੂੰ ਉਹ ਹਰ ਲੈਂਦੀ ਹੈ। ਬਾਦਰ ਆਵਹਿ ਭਰ ਭਰ ਬਾਰੀ। ਔਰ ਬੱਦਲ ਵੀ ਚੜ ਚੜ ਆਉਂਦੇ ਨੇ ਭਰ ਭਰ ਕੇ, ਵੱਖ ਵੱਖ ਥਾਵਾਂ ਤੇ ਵਰਖਾ ਕਰਕੇ ਫਿਰ ਚਲੇ ਜਾਂਦੇ ਹਨ। ਬਰਖੈ ਨਰ ਇੱਛਾ ਅਨੁਸਾਰੀ। ਔਰ ਕਹਿੰਦੇ ਨਰਾਂ ਦੀ ਇੱਛਾ ਅਨੁਸਾਰ ਹੀ ਉਹ ਬੱਦਲ ਪਏ ਵਸਦੇ ਹਨ। ਫੁੱਲ ਹੈ ਫਲ ਹੈ ਬ੍ਰਿਖ ਸਮੁਦਾਈ। ਔਰ ਕਹਿੰਦੇ ਹੁਣ ਵੇਖਿਆ ਆਲੇ ਦੁਆਲੇ ਵਨਸਪਤੀ ਦੇ ਅੰਦਰ ਵੀ ਬੜੀ ਪ੍ਰਸੰਨਤਾ ਹੈ। ਫੁੱਲਾਂ ਅੰਦਰ, ਫਲਾਂ ਦੇ ਅੰਦਰ, ਰੁੱਖਾਂ ਅੰਦਰ, ਸਾਰੀ ਬਨਸਪਤੀ ਦੇ ਅੰਦਰ ਵੀ ਅਤਿਅੰਤ ਖੁਸ਼ੀ ਤੇ ਪ੍ਰਸੰਨਤਾ ਹੈ। ਜਨ ਆਨੰਦਤਾ ਬਾਹਰ ਆਈ। ਜਿਵੇਂ ਕੋਈ ਨਾ ਅੰਦਰ ਦੀ ਖੁਸ਼ੀ ਅੰਦਰ ਨਾ ਰਹਿੰਦੀ ਹੋਵੇ, ਬੰਦੇ ਦੇ ਬੁੱਲਾਂ ਤੇ ਆਈ ਜਾਂਦੀ ਹੋਵੇ, ਕੋਈ ਖੁਸ਼ੀ ਹੋਵੇ, ਕੋਈ ਖੁਸ਼ੀ ਦਾ ਅਤਿਅੰਤ ਟਿਕਾਣਾ ਹੋਵੇ। ਤੇ ਕਵੀ ਜੀਆਂ ਨੇ ਖੁਸ਼ੀ ਮਨੁੱਖ ਦੀ ਨਹੀਂ, ਇਹ ਖੁਸ਼ੀ ਤਾਂ ਕਵੀ ਜੀਆਂ ਨੇ ਬਨਸਪਤੀ ਦੀ ਦੱਸੀ ਹੈ। ਕਹਿੰਦੇ ਉਹ ਵੀ ਅਤਿਅੰਤ ਪ੍ਰਸੰਨ, ਜਿਵੇਂ ਪ੍ਰਸੰਨਤਾ ਨਾਮ ਮੇ ਆਉਂਦੀ ਹੋਵੇ ਔਰ ਰੁੱਖਾਂ ਵਿੱਚੋਂ ਔਰ ਸਾਰੀ ਬਨਸਪਤੀ ਵਿੱਚੋਂ ਬਾਹਰ ਪਈ ਆਉਂਦੀ ਹੋਵੇ। ਅੰਤਰ ਤਿਨ ਕੈ ਭਈ ਅਮੇਊ। ਔਰ ਅੰਤਰ ਉਹ ਨਾ ਸਮਾਉਂਦੀ ਹੋਵੇ। ਮਨ ਹੋ ਨਰਨ ਦਿਖਰਾਵਹਿ ਤੇਊ। ਔਰ ਲੋਕਾਂ ਨੂੰ, ਨਰਨਾਂ ਨੂੰ, ਸਾਰਿਆਂ ਨੂੰ ਉਹ ਬਨਸਪਤੀ ਆਪਣਾ ਆਪ ਪ੍ਰਸੰਨਤਾ ਵਿਖਾ ਰਹੀ ਹੈ। ਛਿਤ ਸੋਹਤ ਧਰ ਨਵ ਸਭ ਜਾਈ। ਔਰ ਧਰਤੀ ਸ਼ੋਭ ਰਹੀ ਹੈ, ਨਵੀਂ ਹਰਿਆਲੀ ਸਾਰੇ ਪਾਸੇ ਪੁੰਗਰ ਪਈ। ਜਿਹੇ ਔਰ ਸਭ ਤੇ ਅਧਿਕ ਵਧਾਈ। ਔਰ ਜਿਹਦੇ ਨਾਲ ਸਾਰੇ ਪਾਸੇ ਹਿਰਦਿਆਂ ਅੰਦਰ ਅਦਕ ਖੁਸ਼ੀ ਦਾ ਟਿਕਾਣਾ ਹੈ। ਜੜ ਜੰਗਮ ਤਲ ਵੰਡੇ ਅਨੰਦੂ। ਔਰ ਜਿੰਨੇ ਵੀ ਜੜ ਤੇ ਜੰਗਮ, ਜਿੰਨੇ ਵੀ ਉਸ ਥਾਂ ਤੇ ਜੜ ਜਾਂ ਚੇਤਨ ਤਲਵੰਡੀ ਅੰਦਰ ਹਨ। ਭਾ ਪਰਵੇਸ਼ ਜਬ ਕੋ ਸੁਖ ਕੰਦੂ। ਜਦੋਂ ਦੇ ਪਰਿਪੂਰਨ ਪਰਮਾਤਮਾ ਨੇ ਨਗਰੀ ਦੇ ਅੰਦਰ ਆਣ ਕੇ ਵਾਸਾ ਉਸ ਥਾਂ ਤੇ ਕੀਤਾ ਹੈ, ਉਦੋਂ ਦਾ ਹੀ ਕਹਿੰਦੇ ਸਾਰੇ ਪਾਸੇ ਵਾਤਾਵਰਣ ਦੇ ਅੰਦਰ ਕੁਝ ਇੱਕ ਅਜਬ ਜੀ ਤਬਦੀਲੀ ਹੋਈ ਹੈ। ਪਤਾ ਨਹੀਂ ਪਿਆ ਲੱਗ ਰਿਹਾ, ਪਰ ਸਾਰੇ ਇਸ ਤਬਦੀਲੀ ਨੂੰ ਲੋਕ ਮਹਿਸੂਸ ਪਏ ਕਰ ਰਹੇ ਹਨ। ਅਸ ਜਬ ਬੀਤ ਗਏ 10 ਮਾਸਾ। ਸਾਧ ਸੰਗਤ ਜੀਓ, ਇਸ ਪ੍ਰਕਾਰ ਜਦੋਂ 10 ਮਾਸ ਬੀਤ ਗਏ, ਸਰਦ ਸੁੰਦਰੀ ਇੰਦ ਪ੍ਰਕਾਸ਼ਾ। ਔਰ ਸਰਦ ਰੁੱਤ ਪ੍ਰਾਰੰਭ ਹੋਈ। ਬਿਮਲ ਆਕਾਸ਼ ਸੋਹੇ ਗਣ ਤਾਰਾ। ਜਿਵੇਂ ਬਿਮਲ ਆਕਾਸ਼ ਦੇ ਅੰਦਰ ਸੁੰਦਰ ਤਾਰੇ ਸ਼ੋਭਦੇ ਹੋਣ। ਜਿਮ ਜਗਿਆਸੀ ਉਰ ਆਚਾਰਾ। ਔਰ ਜਗਿਆਸੂ ਲੋਕਾਂ ਦੇ ਹਿਰਦਿਆਂ ਦੇ ਅੰਦਰ ਸ਼ੁਭ ਦੇਵੀ ਗੁਣ ਭਰ ਦਿੱਤੇ ਗਏ ਹੋਣ। ਦਿਰਸ ਮੇਘ ਹੋਏ ਗੇ ਨਿਜ ਦੇਸ਼ੂ। ਔਰ ਵਰਖਾ ਵੀ, ਆਪਣੇ ਬੱਦਲ ਵੀ ਵਰਖਾ ਕਰਕੇ ਆਪਣੇ ਦੇਸ਼ ਨੂੰ ਚਲੇ ਗਏ ਹੋਣ। ਜਿਮ ਸਤ ਸੰਗਤ ਮਿਟ ਹੈ ਕਲੇਸ਼ੂ। ਜਿਵੇਂ ਸਤ ਸੰਗਤ ਦੇ ਅੰਦਰ ਸੰਗਤ ਕਰਦਿਆਂ ਮਨੁੱਖ ਦੇ ਕਲੇਸ਼ ਖਤਮ ਹੋ ਗਏ ਹੋਣ। ਉਰਜ ਮਾਸ ਕੀ ਪੂਰਨਮਾਸ਼ੀ। ਕੱਤਕ ਦੀ ਪੂਰਨਮਾਸ਼ੀ ਦਾ ਸਮਾਂ ਆਇਆ। ਉਰਜ ਮਾਸ ਕੀ, ਕੱਤਕ ਦੀ ਪੂਰਨਮਾਸ਼ੀ ਆਈ। ਹਰ ਕੀਰਤ ਸੋ ਜੋਨ ਪ੍ਰਕਾਸ਼ੀ। ਔਰ ਹਰੀ ਦੀ ਕੀਰਤੀ ਸਾਧ ਸੰਗਤ ਜੀਓ ਵਧੀ ਹੈ। ਸੰਬਤ 9 ਖਟ ਸਹਿਸ 26 1526 ਸੰਮਤ 1526 ਮਹੀਨਾ ਕੱਤੇ ਦਾ ਹੈ। ਵਾਰ ਥਿਤ ਪੂਰਨਮਾਸ਼ੀ ਹੈ। ਭੋ ਅਵਤਾਰ ਪ੍ਰਗਟ ਜਗਦੀਸ਼ਾ। ਜਿਸ ਵਕਤ ਮੇਰੇ ਮਾਲਕ ਜਗਤ ਦੇ ਸੁਆਮੀ
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਦੇ ਅਵਤਰਨ ਹੋਏ। ਸਤਿ ਸ੍ਰੀ ਅਕਾਲ। ਭਇਓ ਅਚਾਨਕ ਸਭਿਨ ਉਸ਼ਾਹ। ਸਾਰਿਆਂ ਦੇ ਪਾਸੇ ਹਿਰਦਿਆਂ ਦੇ ਅੰਦਰ ਬੜਾ ਹੀ ਉਤਸ਼ਾਹ, ਬੜੀ ਹੀ ਖੁਸ਼ੀ ਮਨਾਈ। ਬਿਨ ਕਾਰਨ ਮਨ ਲਖ ਨਾ ਸਕਾਹ। ਅਜੇ ਪਤਾ ਨਹੀਂ ਵੀ ਗੱਲ ਕੀ ਹੈ, ਅਜੇ ਪ੍ਰਸੰਨ ਹਨ। ਸਾਰੇ ਪਾਸੇ ਵਾਤਾਵਰਣ ਦੇ ਅੰਦਰ ਵੀ ਤਬਦੀਲੀ ਹੈ। ਜੀਵ ਪ੍ਰਸੰਨ ਨੇ। ਜਿਨ੍ਹਾਂ ਮਾਰਨ ਵਾਲੇ ਪਸ਼ੂਆਂ ਦਾ ਵੀ ਸੁਭਾਅ ਮਾਰਨ ਵਾਲਾ ਸੀ, ਉਹਨਾਂ ਦੇ ਵੀ ਸੁਭਾਅ ਦੇ ਅੰਦਰ ਤਬਦੀਲੀ ਆ ਗਈ। ਪਰ ਅਜੇ ਕਵੀ ਜੀ ਲਿਖਦੇ ਪਤਾ ਨਹੀਂ ਪਿਆ ਲੱਗਦਾ ਵੀ ਕਾਰਨ ਕੀ ਹੈ। ਧਰਾ ਆਕਾਸ਼ ਬਿਖੈ ਜੇ ਬਾਸੀ। ਔਰ ਜਿੰਨੇ ਵੀ ਧਰਤੀ ਦੇ ਉੱਪਰ, ਆਕਾਸ਼ ਦੇ ਉੱਪਰ ਜਿੰਨੇ ਵੀ ਵਾਸੀ ਹਨ, ਮੰਗਲ ਕਰਹਿ ਸਿਮਰ ਅਬਿਨਾਸ਼ੀ। ਔਰ ਅਬਿਨਾਸ਼ੀ ਪਰਿਪੂਰਨ ਪਰਮਾਤਮਾ ਨੂੰ ਸਿਮਰ ਕਰਕੇ ਮੰਗਲ ਕਰਦੇ ਹਨ। ਲੈ ਨਿਜ ਹਾਥਨ ਸੰਖ ਬਜਾਏ। ਹੱਥਾਂ ਦੇ ਅੰਦਰ ਲੈ ਕੇ ਸੰਖ ਵਜਾਏ ਗਏ। ਜੈ 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 ਮੁਖ ਬਚਨ ਸੁਨਾਏ। ਮੁਖ ਤੋਂ ਜੈ ਜੈਕਾਰ, ਜੈ ਜੈਕਾਰ ਹੋਈ ਹੈ। ਅਮਰਨ ਮਿਲ ਕਰ ਮੱਲੇ ਕਸਾਈ। ਔਰ ਦੇਵਤਿਆਂ ਨੇ ਮਿਲ ਕਰਕੇ ਚੰਦਨ ਕਸਾਇਆ। ਕੁੰਕਮ ਪੁਨ ਘਨਸਾਰ ਮਿਲਾਈ। ਔਰ ਉਸ ਚੰਦਨ ਦੇ ਅੰਦਰ ਕਪੂਰ ਆਦਿ ਵੀ ਮਿਲਾਇਆ ਗਿਆ। ਕਾਲੂ ਕੇ ਮੰਦਰ ਪਰ ਚਰਚਾ ਹੈ। ਔਰ ਮਹਿਤਾ ਕਲਿਆਣ ਦਾਸ ਜੀਆਂ ਦੇ ਘਰ ਦੇ ਉੱਪਰ ਉਸ ਚੰਦਨ ਦਾ ਛਿੜਕਾਓ ਪਏ ਕਰ ਰਹੇ ਹਨ। ਦੇਵਤੇ ਇਕੱਤਰ ਹੋ ਕੇ, ਇਕੱਠੇ ਹੋ ਕੇ ਮਹਿਤਾ ਕਲਿਆਣ ਦਾਸ ਜੀਆਂ ਦੇ ਘਰ ਦੇ ਉੱਪਰ ਚੰਦਨ ਦਾ ਛਿੜਕਾਓ ਕਰ ਰਹੇ ਹਨ। ਮੰਦਾਰਨ ਕੁਸ ਮੰਜਲ ਅਰਚ ਹੈ। ਔਰ ਮੰਦਾਰ ਪਾਰਜਾਤ ਦੇ ਜਿਹੜੇ ਫਲ ਪੱਤੇ ਫੁੱਲ ਹਨ, ਉਹਨਾਂ ਦਾ ਛਿੜਕਾਓ ਉਹ ਪਏ ਖਿਲਾਰ ਰਹੇ ਹਨ। ਤਾਇਨ ਸਭਯੰ ਮਾਨ ਕੁਲੀਨਾ। ਔਰ ਦਾਈਆਂ ਨੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਦੀ ਸੇਵਾ ਵਿੱਚ ਆ ਜੁੜੀ। ਭਈ ਪ੍ਰਸੂਤਾ ਅਤ ਸੁਖ ਲੀਨਾ। ਔਰ ਮਾਤ ਤ੍ਰਿਪਤਾ ਜੀਆਂ ਦੇ ਉਦਰ ਤੋਂ ਜਗਤ ਗੁਰ ਸੁਆਮੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਅਵਤਰਨ ਹੋਏ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤਿਨਾਂ ਦੇ ਅਵਤਰਨ ਹੋਏ। ਸਾਰੇ ਪਾਸੇ ਸਾਧ ਸੰਗਤ ਜੀਓ ਇਹ ਵੱਡੀ ਜਿਹੜਾ ਸੀ ਪਰਿਵਰਤਨ, ਸਾਰੇ ਪਾਸੇ ਇਹ ਪਰਿਵਰਤਨ ਆਇਆ। ਜੀਆਂ ਨੇ ਮੰਗਲਮਈ ਅਤਿਅੰਤ ਜੀਵ ਪ੍ਰਸੰਨ ਹੋਏ। ਅਸ਼ਟ ਦੀਪ ਦੀਪਤ ਗ੍ਰਹਿ ਜਾਨੋ। ਘਰ ਦੇ ਅੰਦਰ ਜਿਹੜੇ 8 ਦੀਵੇ ਪਏ ਜਗ ਰਹੇ ਹਨ। ਅਸ਼ਟ ਦੀਪਕ ਵਿਹੜੇ ਦੇ ਅੰਦਰ, ਘਰ ਦੇ ਅੰਦਰ, ਜਿਸ ਥਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਦੇ ਜਿਸ ਕਮਰੇ ਦੇ ਅੰਦਰ ਅਵਤਰਨ ਹੋਇਆ, ਕੋਠੀ ਅੰਦਰ 8 ਦੀਵੇ ਪਏ ਉੱਥੇ ਜਗ ਰਹੇ ਸਨ। ਛਬ ਕੱਟ ਗਈ ਬਾਲ ਰਵ ਮਾਨੋ। ਕਹਿੰਦੇ ਉਹਨਾਂ ਦੀਵਿਆਂ ਦੀ ਵੀ ਲੋ, ਦੀਵਿਆਂ ਦਾ ਵੀ ਤੇਜ ਘਟ ਗਿਆ ਬਾਲਕ ਦੇ ਤੇਜ ਦੇ ਸਾਹਮਣੇ। ਜਿਹੜਾ ਤੇਜ ਬਾਲਕ ਦਾ ਤੇਜ, ਉਸ ਤੇਜ ਦੇ ਸਾਹਮਣੇ ਮਗਦੇ ਹੋਏ ਵੱਡੇ 8 ਦੀਵੇ, ਉਹਨਾਂ ਦਾ ਵੀ ਤੇਜ ਮੱਧਮ ਪੈ ਗਿਆ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਦੇ ਸਾਹਮਣੇ। ਅਜਿਹਾ ਉਸ ਥਾਂ ਦਾ, ਉਥੋਂ ਦਾ ਦ੍ਰਿਸ਼ ਬਿਆਨ ਕੀਤਾ। ਦੀਪਤ ਤੇਜ ਜਿਹ ਕਾਂਤ ਅਨੂਪਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਇੰਨਾ ਪ੍ਰਤਾਪ। ਬਿਸਮੈ ਧਾਏ ਹੇਰ ਸਿਸ ਰੂਪਾ। ਔਰ ਬਾਲਕ ਨੂੰ ਵੇਖ ਕਰਕੇ ਦਾਈ ਅਤਿਅੰਤ ਪ੍ਰਸੰਨ ਹੋਈ, ਵੀ ਹੈਰਾਨ ਵੀ ਹਿਰਦੇ ਅੰਦਰ ਹੋਈ। ਜਨਮਤ ਮ੍ਰਿਦੁਲ ਬਾਲ ਮੁਸਕਾਈ। ਕਹਿੰਦੇ ਬੱਚੇ ਮੇਰਿਆਂ ਹੱਥਾਂ ਤੋਂ ਕਈ ਬਾਲਾਂ ਨੇ ਜਨਮ ਲਿਆ ਹੈ, ਪਰ ਇਹ ਬਾਲ ਜਨਮ ਲੈਂਦਿਆਂ ਸਾਰ ਇਹ ਮੁਸਕਰਾਇਆ ਕਿਉਂ ਹੈ? ਸਗਨ ਕੋ ਸਗਨ ਨਾ ਜਾਣੇ ਹੋ ਜਾਈ। ਕਹਿੰਦੀ ਹੁਣ ਪਤਾ ਨਹੀਂ ਇਹ ਸ਼ਗਨ ਹੈ ਜਾਂ ਕੁਸ਼ਗਨ ਹੈ, ਇਹ ਗੱਲ ਦਾ ਤਾਂ ਪਤਾ ਨਹੀਂ, ਪਰ ਬਾਲਕ ਮੁਸਕਰਾਇਆ ਹੈ। ਹੋਰ ਬਾਲਕ ਜਨਮ ਲੈਂਦੇ ਨੇ ਪੀੜਾ ਯੁੱਤ, ਔਰ ਉਹ ਰੋਂਦੇ ਹਨ, ਪਰ ਇਹ ਬਾਲ ਹੱਸਿਆ ਹੈ। ਪਤਾ ਨਹੀਂ ਇਹ ਸ਼ਗਨ ਹੈ ਜਾਂ ਕੁਸ਼ਗਨ ਹੈ, ਮੈਨੂੰ ਇਸ ਗੱਲ ਦਾ ਨਹੀਂ ਪਤਾ। ਅਨਤ ਬਾਲ ਜਨਮਤ ਸਭ ਰੋਤੇ। ਹੋਰ ਬਾਲ ਜਨਮ ਲੈਂਦੇ ਨੇ, ਹੋਰ ਬਾਲਾਂ ਨੇ ਜਨਮ ਲਿਆ, ਉਹ ਬਾਲ ਰੋਂਦੇ ਹਨ। ਬਿਗਸਤ ਇਹ ਜਿਵ ਆਨੰਦ ਹੋਤੇ। ਇਹ ਤਾਂ ਜਿਵੇਂ ਆਨੰਦ ਸਰੂਪ ਹੈ। ਅਲਪ ਬੁੱਧ ਕਿਉ ਧਾਏ ਲਖਾਈ। ਇੱਥੇ ਕਹਿੰਦੇ ਹੁਣ ਕਿਵੇਂ ਦੌਲਤਾਂ ਦਾਈ ਨੂੰ ਪਤਾ ਲੱਗੇ, ਕਿਵੇਂ ਉਹਨੂੰ ਪਤਾ ਲੱਗੇ, ਕਿਉਂਕਿ ਉਹਦੀ ਅਲਪ ਮਤ ਹੈ,
ਉਹਨੂੰ ਇਸ ਬਾਤ ਦਾ ਨਹੀਂ ਪਤਾ। ਜਨਮ ਮਰਨ ਇਸ ਪੀੜਾ ਨਾਹੀ। ਹੋਰ ਬਾਲ ਰੋਂਦੇ ਨੇ ਜਨਮ ਤੇ ਮਰਨ ਦੀ ਪੀੜਾ ਸਹਿਤ, ਪਰ ਜਿਸ ਬਾਲ ਨੇ ਜਨਮ ਲਿਆ ਨਾ ਉਹਨੂੰ ਜਨਮ ਨਾ ਉਹਨੂੰ ਮਰਨ ਦੀ ਪੀੜਾ। ਉਹ ਤਾਂ ਇਹਨਾਂ ਤੋਂ ਰਹਿਤ ਹੈ, ਉਹਨੂੰ ਤਾਂ ਇਸ ਬਾਤ ਦੀ ਕੋਈ ਪੀੜਾ ਨਹੀਂ। ਕਹਿੰਦੇ ਇਸ ਦੌਲਤਾਂ ਦਾਈ ਨੂੰ ਨਹੀਂ ਪਤਾ ਵੀ ਜਿਸ ਬਾਲ ਨੇ ਜਨਮ ਲਿਆ ਹੈ ਇਹ ਕੌਣ ਹੈ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਉਹ ਆਪ ਨਿਰੰਕਾਰ ਪਰਿਪੂਰਨ ਪਰਮਾਤਮਾ ਜੀਆਂ ਨੇ ਅਵਤਰਨ ਲਿਆ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਤਿਨਾਂ ਦੇ ਸਾਧ ਸੰਗਤ ਜੀਓ ਅਵਤਰਨ। ਧੰਨ ਧੰਨ ਸਤਿਕਾਰਯੋਗ, ਜਿਵੇਂ ਆਪਾਂ ਬਚਨ ਪੜ੍ਹਦੇ ਹਾਂ, ਸਾ ਧਰਤੀ ਭਈ ਹਰਿਆਵਲੀ ਜਿੱਥੈ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰ ਜਿਨ ਨਾਮ ਅਰਾਧਿਆ ਆਪ ਤਰਿਆ। ਜਿਨੀ ਡਿਠਾ ਤਿਨਾ ਲਏ ਛਡਾਏ। ਉਹ ਧਰਤੀ ਪੂਜਣ ਯੋਗ ਹੋ ਗਈ, ਉਹ ਧਰਤੀ ਹਰਿਆਵਲੀ ਧਰਤੀ ਨਮਸਕਾਰ ਕਰਨ ਯੋਗ ਹੋਈ। ਧੰਨ ਹਨ ਉਹ ਪਿਤਾ, ਧੰਨ ਹੈ ਉਹ ਕੁਲ, ਧੰਨ ਹੈ ਉਹ ਮਾਂ, ਜਿੱਥੇ ਸ਼ਹਿਨਸ਼ਾਹ ਪਰਿਪੂਰਨ ਪਰਮਾਤਮਾ ਗੁਰੂ ਨੇ ਅਵਤਰਨ ਲਿਆ ਹੋਵੇ। ਕੱਲੇ ਉਹ ਨਹੀਂ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ। ਧੰਨ ਗੁਰੂ ਰਾਮਦਾਸ ਮਹਾਰਾਜ ਬਚਨ ਲਿਖਦੇ ਨੇ, ਜਿਨ੍ਹਾਂ ਨੇ ਮਾਲਕ ਜੀਆਂ ਨੂੰ ਡਿਠਾ ਹੈ, ਜਿਨ੍ਹਾਂ ਨੇ ਮਾਲਕ ਜੀਆਂ ਦੇ ਦੀਦਾਰ ਪਾਏ, ਜਿਨ੍ਹਾਂ ਨੇ ਮਾਲਕ ਜੀਆਂ ਦੇ ਨਾਲ ਗੁਰੂ ਦੇ ਨਾਲ ਜਿਨ੍ਹਾਂ ਨੇ ਸੰਗਤ ਕੀਤੀ, ਉਹ ਸਾਰੇ ਧੰਤਾ ਜੋਗ ਹੋਏ। ਉਹ ਆਪ ਇਸ ਭਵ ਸਾਗਰ ਤੋਂ ਗੁਰੂ ਤਰੇ ਤੇ ਨਾਲ ਜਿਨ੍ਹਾਂ ਜਿਨ੍ਹਾਂ ਨੇ ਸੰਗਤਾਂ ਮਾਣੀਆਂ। ਜਿਵੇਂ ਇੱਕ ਕਿਸ਼ਤੀ ਆਪਣੇ ਨਾਲ ਆਪ ਵੀ ਤਰ ਗਈ, ਜਿਨ੍ਹਾਂ ਨੇ ਉਹਦੀ ਓਟ ਲਈ ਉਹ ਵੀ ਭਵ ਸਾਗਰ ਤੋਂ ਪਾਰ ਹੋ ਗਏ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸਾਧ ਸੰਗਤ ਜੀਓ ਅਵਤਰਨ ਹੋਏ। ਦਾਈ ਇਸ ਗੱਲ ਤੋਂ ਦੌਲਤਾਂ ਦਾਈ, ਜਿਨ੍ਹਾਂ ਦਾ ਨਾਮ ਇਤਿਹਾਸ ਦੇ ਅੰਦਰ ਸਤਿਕਾਰ ਸਹਿਤ ਆਪਾਂ ਸਿੱਖ ਇਤਿਹਾਸ ਵਿੱਚ ਲੈਨੇ ਹਾਂ। ਫੜੀ ਉਹ ਹੈਰਾਨ ਹੋਈ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਦੇ ਇਸ ਅਵਤਰਨ ਤੇ। ਕਹਿੰਦੇ ਹੋਰ ਬਾਲ ਤਾਂ ਰੋਂਦੇ ਨੇ। ਭਾਈ ਗੁਰਦਾਸ ਸਾਹਿਬ ਲਿਖਦੇ ਨੇ, ਉਹ ਰੋਵੈ ਦੁੱਖ ਆਪਣਾ ਹੱਸ ਹੱਸ ਗਾਵੈ ਸਭ ਪਰਿਵਾਰਾ। ਕਹਿੰਦੇ ਬਾਕੀ ਪਰਿਵਾਰ ਹੱਸਦਾ ਹੈ, ਬਾਲ ਰੋਂਦਾ ਹੈ। ਬਾਲ ਜਦੋਂ ਤੱਕ ਨਹੀਂ ਰੋਇਆ ਸਾਰਿਆਂ ਨੂੰ ਚਿੰਤਾ ਪਈ ਵੀ ਬਾਲ ਹੋ ਸਕਦਾ ਕਿਤੇ ਤੰਦਰੁਸਤ ਨਾ ਹੋਵੇ। ਬਾਲਕ ਰੋਇਆ ਤੇ ਘਰਦਿਆਂ ਨੇ ਸੁਖ ਦਾ ਸਾਹ ਲਿਆ। ਉਹ ਰੋਵੈ ਦੁੱਖ ਆਪਣਾ, ਬਾਲ ਤਾਂ ਆਪਣਾ ਦੁੱਖ ਰੋ ਰਿਹਾ ਹੈ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਪਰ ਨਾਲ ਇੱਥੇ ਕਵੀ ਜੀਆਂ ਨੇ ਇਹ ਵੀ ਨਾਲ ਬਚਨ ਲਿਖ ਦਿੱਤੇ, ਦੌਲਤਾਂ ਦਾਈ ਤੈਨੂੰ ਪਤਾ ਨਹੀਂ, ਜਿਸ ਬਾਲ ਨੇ ਜਨਮ ਲਿਆ ਹੈ ਇਹ ਜਨਮ ਤਥਾ ਮਰਨ ਤੋਂ ਪਰਾਂ ਹੈ। ਇਸ ਜਗਤ ਦੇ ਅੰਦਰ ਆਏ ਨੇ, ਇਹ ਇਸ ਪੀੜਾ ਤੋਂ ਮੁਕਤ ਨੇ। ਜਿਹੜੀਆਂ ਪੀੜਾਂ ਸਹਿਤ ਹੋਰ ਬਾਲ ਜਨਮ ਲੈਂਦੇ ਨੇ, ਇਹ ਬਾਲ ਇਸ ਪੀੜਾ ਤੋਂ ਮੁਕਤ ਹੈ। ਦਾਸੀ ਦੌਰ ਦਈ ਸੁਧ ਕਾਲੂ। ਔਰ ਉਸੇ ਵਕਤ ਹੀ ਦਾਸੀ ਨੱਠ ਕੇ ਭੱਜੀ ਗਈ ਸਤਿਕਾਰਯੋਗ ਮਹਿਤਾ ਕਲਿਆਣ ਦਾਸ ਜੀਆਂ ਦੇ ਕੋਲ। ਲੇਹੋ ਵਧਾਈ ਆਨੰਦ ਬਿਸਾਲੂ। ਔਰ ਜਾ ਕੇ ਉਹਨੂੰ ਵਧਾਈ ਦਿੱਤੀ, ਵਧਾਈ ਹੋਵੇ ਤੁਹਾਡੇ ਵਿਹੜੇ ਦੇ ਘਰ ਪਰਿਪੂਰਨ ਪਰਮਾਤਮਾ ਨੇ ਪੁੱਤਰ ਦੀ ਦਾਤ ਦਿੱਤੀ ਹੈ। ਕੰਤ ਮਾਨ ਪਾਤਾਤ ਤੁਮਾਰੇ। ਔਰ ਤੁਹਾਡੇ ਵਿਹੜੇ ਅੰਦਰ ਬਹੁਤ ਸੁੰਦਰ ਸੁਸ਼ੀਲ ਬਾਲ ਨੇ ਜਨਮ ਲਿਆ ਹੈ। ਮੰਗਲ ਕਰੋ ਵਿਵਿਧ ਪ੍ਰਕਾਰੇ। ਔਰ ਨਾਨਾ ਪ੍ਰਕਾਰ ਵਿਵਿਧ ਪ੍ਰਕਾਰ ਤੁਸੀਂ ਇਹ ਖੁਸ਼ੀ ਮਨਾਓ। ਸੁਤਿ ਉਪਜਨ ਕੇ ਸੁਨ ਕਰ ਬੈਨਾ। ਔਰ ਕੰਨਾਂ ਵਿੱਚ ਜਦੋਂ ਬੋਲ ਪਏ, ਜਦੋਂ ਦਾਸੀ ਨੇ ਆਣ ਕੇ ਇੰਨੀ ਖਬਰ ਸੁਣਾਈ ਕਿ ਵਿਹੜੇ ਅੰਦਰ ਪੁੱਤਰ ਪੈਦਾ ਹੋਇਆ ਹੈ, ਜਦੋਂ ਮਹਿਤਾ ਕਲਿਆਣ ਦਾਸ ਜੀਆਂ ਦੇ ਕੰਨੀ ਇਹ ਬੋਲ ਪਏ, ਮਨ ਹੋ ਜਗਤ ਸੁਖ ਪ੍ਰਾਪਤ ਐਨਾ। ਜਗਤ ਦੇ ਵੱਡੇ ਸੁਖ ਮਾਲਕ ਨੇ ਸੌਂਪ ਦਿੱਤੇ ਹੋਣ। ਜਨਮ ਰੰਕ ਜਿਉ ਸਦਨ ਸੰਤਾਨਾ। ਜਿਵੇਂ ਕਿਸੇ ਜਨਮ ਤੋਂ ਕੋਈ ਕੰਗਾਲ ਬੰਦਾ ਹੋਵੇ ਨਾ, ਕੋਈ ਜਨਮ ਤੋਂ ਕੰਗਾਲ ਹੋਵੇ
ਤੇ ਉਹਦੇ ਘਰ ਦੇ ਅੰਦਰ ਆਨ ਲੱਗਿਓ ਤਿਉ ਉਰਹਰ ਖਾਨਾ। ਕੋਈ ਉਹਦੇ ਘਰ ਦੇ ਅੰਦਰ ਕੋਈ ਪਾਰਜਾਤ ਰੁੱਖ ਲਾ ਦਵੇ, ਇੰਨੀ ਉਹ ਖੁਸ਼ੀ ਮਨਾਏ। ਕਹਿੰਦੇ ਇੰਨੀ ਖੁਸ਼ੀ ਮਹਿਤਾ ਕਾਲੂ ਜੀਆਂ ਨੇ ਜਦੋਂ ਇਹ ਖਬਰ ਕੰਨਾਂ ਵਿੱਚ ਦਾਸੀ ਨੇ ਆਣ ਕੇ ਦਿੱਤੀ, ਇਹ ਵੱਡੀ ਖਬਰ, ਸਾਧ ਸੰਗਤ ਜੀਓ ਇੰਨੇ ਉਹ ਹਿਰਦੇ ਦੇ ਅੰਦਰ ਪ੍ਰਸੰਨ ਹੋਏ। ਦੌਲਤਾਂ ਦਾਈ ਜੀਆਂ ਦੇ ਬਾਬਤ ਇਤਿਹਾਸ ਦੇ ਵਿੱਚੋਂ ਆਪਾਂ ਇਹ ਵੀ ਪੜ੍ਹਦੇ ਸੁਣਦੇ ਹਾਂ, ਜਦੋਂ ਨਹੀਂ ਸੀ ਅਜੇ ਬਾਲ ਦਾ ਜਨਮ ਹੋਇਆ, ਦੌਲਤਾਂ ਦਾਈ ਨੇ ਆਣ ਕੇ ਕਹਿਣਾ ਮਹਿਤਾ ਕਾਲੂ ਜੀਆਂ ਨੂੰ ਕਿ ਜਦੋਂ ਤੁਹਾਡੇ ਵਿਹੜੇ ਦੇ ਅੰਦਰ ਪੁੱਤਰ ਪੈਦਾ ਹੋਵੇ, ਮਾਲਕ ਖੁਸ਼ੀ ਦਾ ਕੋਈ ਸਮਾਂ ਲਿਆਏ, ਇੱਕ ਤੁਸੀਂ ਕਿਰਪਾ ਕਰਿਓ, ਮੇਰੀ ਝੋਲੀ ਦੇ ਅੰਦਰ ਤੁਸੀਂ ਥੋੜੇ ਦਾਣੇ, ਔਰ ਅਗਾਂ ਠੰਡ ਪਈ ਆਉਂਦੀ ਹੈ, ਬੱਚਿਆਂ ਦੇ ਤਨ ਢੱਕਣ ਵਾਸਤੇ ਤੁਸੀਂ ਮੈਨੂੰ ਕੱਪੜੇ ਦੇ ਦਿਓ। ਸਮਾਂ ਆਇਆ, ਮਾਲਕ ਨੇ ਵਿਹੜੇ ਅੰਦਰ ਸੰਤਾਨ ਪੁੱਤਰ ਦੀ ਦਾਤ ਦਿੱਤੀ। ਮਹਿਤਾ ਕਾਲੂ ਜੀਆਂ ਨੇ ਆਵਾਜ਼ ਮਾਰੀ, ਆ ਦੌਲਤਾਂ ਦਾਈ, ਤੂੰ ਜੋ ਕਹਿੰਦੀ ਸੈਂ ਆ ਪਕੜ, ਜਿੰਨੇ ਤੈਨੂੰ ਧਨ ਸੰਪਦਾ ਪੈਸਾ ਚਾਹੀਦਾ ਹੈ, ਆ ਲੈ, ਮੈਂ ਕੱਪੜੇ ਤੇਰੇ ਵਾਸਤੇ, ਤੇਰੇ ਪਰਿਵਾਰ ਵਾਸਤੇ ਕੱਪੜੇ ਨੇ, ਆ ਲੈ ਅਨਾਜ ਦੀਆਂ ਬੋਰੀਆਂ, ਆ ਲੈ ਪੈਸਾ। ਉਹ ਦੌਲਤਾਂ ਦਾਈ ਆਈ ਦੁਬਾਰਾ, ਫਿਰ ਕਹਿੰਦੀ ਨਹੀਂ, ਹੁਣ ਮੈਨੂੰ ਇਹ ਸਭ ਕੁਝ ਨਹੀਂ ਚਾਹੀਦਾ। ਪਹਿਲਾਂ ਸੀ ਮੇਰੀ ਇਹ ਇੱਛਾ, ਮੇਰੀ ਕਾਂਖਾ ਸੀ ਮੈਨੂੰ ਧਨ ਸੰਪਦਾ ਪਦਾਰਥ, ਪਰ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਦੀਦਾਰ ਪਾਏ, ਉਹ ਜਿੰਨੀ ਕੁਝ ਆਸਾ ਜਾਂ ਜਿੰਨੀ ਕੋਈ ਬਾਹਰੀ ਕਾਂਖਾ ਸੀ ਧਨ ਸੰਪਦਾ ਪੈਸੇ ਦੀ, ਉਹ ਸਾਰੀ ਹੀ ਸਾਧ ਸੰਗਤ ਜੀਓ ਖਤਮ ਹੋ ਗਈ। ਸਤਿ ਸ੍ਰੀ ਅਕਾਲ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਦੀਦਾਰ ਪਾਏ, ਜਿੰਨੀ ਕੋਈ ਕਾਂਖਾ ਧਨ ਸੰਪਦਾ ਪਦਾਰਥ ਜਾਂ ਹੋਰ ਦੀ ਸੀ, ਉਹ ਸਾਰੀ ਹੀ ਖਤਮ ਹੋ ਗਈ। ਕਿਉਂ? ਜਦੋਂ ਪੂਰਨ ਪਰਿਪੂਰਨ ਪਰਮਾਤਮਾ ਦੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸਾਧ ਸੰਗਤ ਜੀਓ ਦੀਦਾਰ ਪਾਏ। ਇਹ ਖਬਰ ਸੁਣੀ ਸਤਿਕਾਰਯੋਗ ਮਹਿਤਾ ਕਾਲੂ ਜੀ ਨੇ, ਜਸ ਪਦ ਜਾਏ ਕੀਨ ਇਸ਼ਨਾਨਾ। ਉਸੇ ਵਕਤ ਉਹਨਾਂ ਨੇ ਸਣ ਕੱਪੜਿਆਂ ਹੀ ਜਾ ਇਸ਼ਨਾਨ ਕੀਤਾ। ਵਸਤਰਨ ਯੁਤ ਜਿਉ ਬੇਦ ਬਖਾਨਾ। ਵੇਦਾਂ ਦੇ ਅੰਦਰ ਵਿਖਿਆਨ ਕੀਤਾ ਗਿਆ ਹੈ, ਉਹਨਾਂ ਨੇ ਉਸੇ ਤਰ੍ਹਾਂ ਹੀ ਜਾ ਸਣ ਕੱਪੜੇ ਇਸ਼ਨਾਨ ਕੀਤਾ ਮਹਿਤਾ ਕਾਲੂ ਜੀ ਨੇ। ਔਰ ਪਰਮੇਸ਼ੁਰ ਕੋ ਕਰ ਧਿਆਨਾ। ਔਰ ਉਸੇ ਵਕਤ ਹੀ ਪਰਿਪੂਰਨ ਪਰਮਾਤਮਾ ਦੇ ਸ਼ੁਕਰਾਨੇ ਵਿੱਚ ਜੁੜ ਗਏ, ਪਰਿਪੂਰਨ ਪਰਮਾਤਮਾ ਦਾ ਸ਼ੁਕਰਾਨਾ ਕਰਨ ਲੱਗੇ। ਬੰਧਨ ਕਰ ਹੈ ਬੰਦ ਜੁਗ ਪਾਨਾ। ਔਰ ਦੋਵੇਂ ਹੱਥ ਬੰਨ ਕੇ, ਦੋਵੇਂ ਹੱਥ ਜੋੜ ਕੇ ਪਰਿਪੂਰਨ ਪਰਮਾਤਮਾ ਦੇ ਸ਼ੁਕਰਾਨੇ ਅੰਦਰ ਜੁੜੇ ਹਨ। ਇਹ ਬਿਦ ਜਨਮ ਭਇਓ ਜਗ ਗੁਰ ਕੋ। ਇਹ ਹੁਣ ਭਾਈ ਬਾਲਾ ਜੀਆਂ ਨੇ ਸਾਧ ਸੰਗਤ ਜੀਓ ਕਥਾ ਸੁਣਾਈ ਕਿ ਜਗਤ ਗੁਰ ਸੁਆਮੀ ਜੀਆਂ ਦੇ ਇਸ ਪ੍ਰਕਾਰ ਅਵਤਰਨ ਹੋਏ। ਸੁਖ ਦੇਵਨ ਭਗਤਨ ਪੁਨ ਧਰ ਕੋ। ਔਰ ਭਗਤ ਜਨਾਂ ਨੂੰ ਸੁਖ ਦੇਵਨ ਵਾਲੇ ਆਗੇ ਜਿਉ ਜਿਉ ਭਇਓ ਉਸ਼ਾਹੂ। ਜਿਵੇਂ ਜਿਵੇਂ ਅਗਾ ਸਾਧ ਸੰਗਤ ਜੀਓ ਜਨਮ ਕਥਾ ਤੁਰੀ। ਸੁਨੋ ਕਥਾ ਭਵ ਵੱਡ ਰੁਜਦਾਹੂ। ਔਰ ਇਹ ਕਥਾ ਵੱਡੇ ਵੱਡੇ ਦੁੱਖ ਪਾਪ ਦੂਰ ਕਰਨ ਵਾਲੀ, ਸਾੜਨ ਵਾਲੀ ਇਹ ਸਾਧ ਸੰਗਤ ਜੀਓ ਕਥਾ ਤੁਸੀਂ ਹੇ ਸ਼ਰੋਤਾ ਜਨੋ ਬੜੇ ਸਾਵਧਾਨਤਾ ਦੇ ਨਾਲ, ਬੜੇ ਪ੍ਰੇਮ ਦੇ ਸਹਿਤ ਸਾਧ ਸੰਗਤ ਜੀਓ ਤੁਸੀਂ ਇਹ ਕਥਾ ਸਰਵਣ ਕਰੋ। ਕਬਿਤ ਅੰਧ ਜੋ ਬਦਰ ਪਿੰਗ ਲਗਨ ਮ੍ਰਿਤਕ ਛੰਦ। ਰੁਕਤ ਅਪਾਰਥ ਕੀ ਸਮਝ ਨਾ ਆਵਈ। ਇੱਥੋਂ ਤੱਕ ਸਾਧ ਸੰਗਤ ਜੀਓ ਹੁਣ ਅਗਲਾ ਅਧਿਆਇ ਪ੍ਰਾਰੰਭ ਹੋਇਆ। ਵਾਰਨੇ ਜਾਈਏ ਕਵੀ ਜੀਆਂ ਦੀ ਕਲਮ ਤੋਂ। ਬੜੀ ਮਾਲਕ ਜੀਆਂ ਨੇ ਨਿਪੁੰਨਤਾ ਬਖਸ਼ਿਸ਼ ਕੀਤੀ ਹੈ, ਪਰ ਨਿਰਮਾਣਤਾ ਵੇਖੋ ਕਵੀ ਜੀਆਂ ਦੀ। ਕਹਿੰਦੇ ਹੇ ਸਰੋਤਾ ਜਨੋ ਮੇਰੇ ਅੰਦਰ ਕੋਈ ਗੁਣ ਨਹੀਂ, ਮੈਨੂੰ ਕਵਿਤਾ ਦੇ ਗੁਣਾਂ ਦਾ ਨਹੀਂ ਪਤਾ, ਮੈਨੂੰ ਨਹੀਂ ਪਤਾ ਕਵਿਤਾ ਦੇ ਜਿਹੜੇ ਗੁਣ ਨੇ ਉਹ ਮੇਰੇ ਵਿੱਚ ਨਹੀਂ ਹਨ, ਮੈਂ ਕਵਿਤਾ ਦੇ ਅੰਦਰ ਉਹ ਸਾਰੇ ਗੁਣ ਨਹੀਂ ਭਰ ਸਕਦਾ। ਮੇਰੀ ਕਵਿਤਾ ਦੇ ਅੰਦਰ ਕਹਿੰਦੇ ਹੇ ਸ਼ਰੋਤਾ ਜਨੋ ਹੋ ਸਕਦਾ ਦੁਖਣ ਹੋਵੇ। ਵੈਰ ਦੇਸ਼ ਕਾਲ ਗਨ ਅਗਨ ਨਵੋ ਹੀ ਰਸ।
ਵਿਭਿਦ ਅਲੰਕਾਰ ਹੂੰ ਕੋ ਭੇਦ ਨਹਿ ਪਾਵਈ। ਨਾ ਮੈਨੂੰ ਅਲੰਕਾਰਾਂ ਦਾ ਪਤਾ ਹੈ, ਨਾ ਮੈਨੂੰ ਕਵਿਤਾ ਦੇ 9 ਰਸਾਂ ਦਾ ਪਤਾ ਹੈ, ਨਾ ਹੀ ਦੇਸ਼ ਕਾਲ ਸਮੇਂ ਦਾ ਹਿਸਾਬ ਇਹ ਮੇਰੀ ਕਵਿਤਾ ਦੇ ਅੰਦਰ ਨਹੀਂ ਹੈ। ਕੋ ਗੁਣ ਹੈ ਨਾ ਮੈਂ ਭਨਤ ਮਦ ਜਾਨੋ ਮਨ, ਗੁਨੀ ਅਨਹਾਸ ਜੋਗ ਅਟਪਟੀ ਜਾਵਈ। ਮੇਰੀ ਕਵਿਤਾ ਤਾਂ ਅਟਪਟੀ ਜਿਹੀ ਹੈ। ਮੇਰੀ ਕਵਿਤਾ ਦੇ ਅੰਦਰ ਹੋ ਸਕਦਾ ਹੈ ਜਿਹੜੇ ਉੱਚ ਪਾਏ ਦੇ ਕਵੀ ਲੋਕ ਹਨ ਉਹਨਾਂ ਜਿਹਾ ਮੇਰੀ ਕਵਿਤਾ ਦੇ ਅੰਦਰ ਕੋਈ ਉੱਚਾ ਗੁਣ ਨਾ ਹੋਵੇ। ਏਕ ਗੁਣ ਯਾ ਮੈਂ ਸੁਬਿਦਤ ਸ਼ਰੁਤ ਸੰਤ ਸੁਨੋ, ਸਤ ਗੁਰੂ ਕੀਰਤ ਸੋ ਨਿਰਮਲ ਭਾਵਈ। ਪਰ ਹੇ ਸ਼ਰੋਤਾ ਜਣੋ, ਮੇਰੀ ਇਸ ਕਵਿਤਾ ਦੇ ਅੰਦਰ ਮੈਨੂੰ ਨਹੀਂ ਪਤਾ ਮੇਰੀ ਕਵਿਤਾ ਦੇ ਅੰਦਰ ਜਿਹੜੇ ਗੁਣ ਨੇ, 9 ਰਸ ਕਿਹੜੇ ਨੇ, ਅਲੰਕਾਰ ਕਿਹੜੇ ਨੇ, ਜਿਹੜੇ ਇਹ ਗੁਣਾਂ ਦਾ ਮੈਨੂੰ ਨਹੀਂ ਪਤਾ। ਪਰ ਮੈਨੂੰ ਇੱਕ ਪਤਾ ਹੈ ਕਿ ਇਸ ਕਵਿਤਾ ਅੰਦਰ ਮੈਂ ਆਪਣੇ ਗੁਰੂ ਦੀ ਉਪਮਾ ਕੀਤੀ ਹੈ। ਮੈਨੂੰ ਹੋਰ ਦਾ ਨਹੀਂ ਪਤਾ ਵੀ ਇਹਦੇ ਅੰਦਰ ਕਿਹੜਾ ਗੁਣ ਹੈ, ਕਿਹੜਾ ਗੁਣ ਮੇਰੀ ਕਵਿਤਾ ਵਿੱਚ ਨਹੀਂ, ਮੈਨੂੰ ਇਹਦਾ ਨਹੀਂ ਪਤਾ। ਪਰ ਹੇ ਸ਼ਰੋਤਾ ਜਨੋ, ਮੇਰੀ ਕਵਿਤਾ ਅੰਦਰ ਮੈਨੂੰ ਪਤਾ ਹੈ ਇੱਕ ਗੁਣ ਹੈ, ਮੈਂ ਆਪਣੇ ਇਸ਼ਟ, ਮੈਂ ਆਪਣੇ ਮਾਲਕ, ਮੈਂ ਆਪਣੇ ਗੁਰੂ, ਮੈਂ ਆਪਣੇ ਸਵਾਮੀ ਦੀ ਸ਼ੋਭਾ ਵਡਿਆਈ ਬਿਆਨ ਕੀਤੀ ਹੈ। ਬਸ ਉਹਦੀ ਮੈਂ ਭਗਤੀ ਕੀਤੀ ਹੈ। ਕਿੰਨੀ ਭਾਵੇਂ ਉਹ ਕਵਿਤਾ ਦੇ ਅੰਦਰ, ਛੰਦ ਦੇ ਅੰਦਰ, ਹਰ ਇੱਕ ਚਾਲ ਦੇ ਅੰਦਰ ਨਿਪੁੰਨ ਨੇ, ਕੋਈ ਵੀ ਕਵਿਤਾ ਵੱਧ ਨਹੀਂ ਘੱਟ ਨਹੀਂ, ਪਰ ਨਿਰਮਾਣਤਾ ਵੇਖੋ ਤੇ ਫਿਰ ਹੱਥ ਜੋੜ ਕੇ ਕਹਿਣ ਲੱਗੇ ਬਸ ਮੈਨੂੰ ਇੰਨਾ ਪਤਾ ਹੈ ਮੇਰੀ ਕਵਿਤਾ ਦਾ ਇੱਕੋ ਗੁਣ ਇਹ ਹੈ, ਮੈਂ ਆਪਣੇ ਮਾਲਕ ਦਾ ਗੁਣ ਜਸ ਪਿਆ ਬਿਆਨ ਕਰਦਾ ਹਾਂ। ਧੰਤਾ ਜੋਗ ਹੈ ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ ਧਨ ਲਿਖਾਰੀ, ਨਾਨਕਾ ਜਿਨ ਨਾਮ ਲਿਖਾਇਆ ਸੱਚ। ਉਹ ਕਲਮ ਵੀ ਧੰਤਾ ਜੋਗ ਹੋ ਜਾਂਦੀ ਹੈ, ਉਹ ਵਡਿਆਈ, ਉਹ ਰਸਨਾ, ਉਹ ਸਰੋਤ, ਉਹ ਸਰਵਣ ਵੀ ਧੰਤਾ ਜੋਗ ਹੋ ਜਾਂਦੇ ਹਨ। ਸਾਧ ਸੰਗਤ ਜੀ ਜਿਹੜੇ ਆਪਣੇ ਮਾਲਕ ਦੀ ਵਡਿਆਈ ਕਹਿੰਦੇ ਤਥਾ ਸੁਣਦੇ ਹਨ। ਦੋਹਰਾ ਨੋਰਾ ਸੁਰ ਸਰ ਬਕਰ ਗਤ, ਗੁਨੀ ਨ ਔਗੁਣ ਜਾਨ। ਕਹਿੰਦੇ ਹੇ ਲੋਕੋ, ਗੰਗਾ ਨਦੀ ਦੇ ਅੰਦਰ ਵੰਗ ਵਲੇਵੇਂ ਆਉਂਦੇ ਖਾਂਦੀ ਆਉਂਦੀ ਹੈ ਹੇਠਾਂ ਨੂੰ, ਪਹਾੜਾਂ ਤੋਂ ਉਤਰਦੀ ਹੋਈ ਟੇਢੇ ਮੇਢੇ ਰਸਤਿਆਂ ਤੋਂ ਆਉਂਦੀ ਹੈ। ਸਾਦਰ ਸੋਤ ਹੈ ਮੈਂ ਸਦਾ ਕਰ ਹੈ ਪਾਨ ਇਸ਼ਨਾਨ। ਜਿਹੜੇ ਦੇਵੀ ਲੋਕ ਉਹਦੇ ਅੰਦਰ ਆਣ ਕਰਕੇ ਪ੍ਰਮਾਤਮਾ ਦੇ ਨਾਮ ਸਿਮਰਨ ਅਭਿਆਸੀ ਆਉਂਦੇ ਨੇ, ਭਗਤ ਜਨ ਲੋਕ ਆਉਂਦੇ ਨੇ, ਉਸੇ ਗੰਗਾ ਦੇ ਅੰਦਰ ਚੂਲੀ ਭਰ ਕੇ ਜਲ ਛਕਦੇ ਨੇ ਤੇ ਉਹਦੇ ਅੰਦਰ ਇਸ਼ਨਾਨ ਕਰਦੇ ਨੇ। ਭਾਵੇਂ ਕਿ ਉਸ ਗੰਗਾ ਨਦੀ ਦੇ ਅੰਦਰ ਭਾਵੇਂ ਲੱਖ ਵਲ ਵਲੇਵੇਂ ਹੋਣ, ਆਉਂਦੀ ਹੈ ਹੇਠਾਂ ਉਤਰਦੀ, ਪਰ ਉਹਦੇ ਅੰਦਰ ਉਹ ਇਸ਼ਨਾਨ ਪਾਣ ਕਰਦੇ ਨੇ। ਉਹ ਨਹੀਂ ਵੇਖਦੇ ਕਿ ਇਹਨੇ ਅੰਦਰ ਹੇਠਾਂ ਉਤਰਦੀ ਹੋਈ, ਪਹਾੜਾਂ ਤੋਂ ਹੇਠਾਂ ਉਤਰਦੀ ਹੋਈ ਇਹਦੇ ਅੰਦਰ ਵੰਗ ਵਲੇਵੇਂ ਨੇ। ਉਹ ਨਹੀਂ ਵੇਖਦੇ। ਉਹ ਕੀ ਵੇਖਦੇ ਨੇ? ਨਿਰਮਲ ਜਲ ਵੇਖਦੇ ਹਨ। ਕਹਿੰਦੇ ਤੁਸੀਂ ਮੇਰੀ ਕਵਿਤਾ ਤੇ ਨਾ ਜਾਇਓ, ਤੁਸੀਂ ਜਾਇਓ ਮਾਲਕ ਸਵਾਮੀ ਦੀ ਭਗਤੀ ਤੇ ਜਾਇਓ। ਹਿਰਦੇ ਅੰਦਰ ਪ੍ਰੇਮ ਦਾ, ਹਿਰਦੇ ਅੰਦਰ ਸ਼ਰਧਾ ਦਾ ਕੋਈ ਕਣ ਲੈ ਕੇ ਜਾਇਓ, ਮੇਰੀ ਕਵਿਤਾ ਤੇ ਨਾ ਜਾਇਓ। ਐਸੇ ਦੀਨ ਦਿਆਲ ਪਾਤਸ਼ਾਹ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਤਿਨਾਂ ਦੇ ਚਰਨਾਂ ਤੇ ਬਾਰੰਬਾਰ ਵੰਦਨਾ ਹੈ ਸਾਧ ਸੰਗਤ ਜੀਓ। ਔਰ ਜਿਨ੍ਹਾਂ ਨੇ ਕਥਾ ਵੀ ਲਿਖੀ, ਐਸੇ ਕਵੀ ਜਨਾਂ ਦੇ ਚਰਨਾਂ ਤੇ ਵੀ ਸਾਧ ਸੰਗਤ ਜੀਓ ਨਮਸਕਾਰ ਹੈ। ਇਤਨੀਆਂ ਬੇਨਤੀਆਂ ਸਾਧ ਸੰਗਤ ਜੀਓ ਪ੍ਰਵਾਨ ਕਰਨੀਆਂ। ਕਥਾ ਵਾਰਤਾ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ੰਦ ਸੁਆਮੀ ਬਖਸ਼ਨਾਰੇ ਬਖਸ਼ ਲੈਣ। ਵਾਹਿਗੁਰੂ 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 ਵਾਹਿਗੁਰੂ। ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ।
ਮਿਟੇ ਧੁੰਦ ਜਗ ਚਾਨਣ ਹੋਆ, ਮਿਟੇ ਧੁੰਦ ਜਗ ਚਾਨਣ ਹੋਆ, ਮਿਟੇ ਧੁੰਦ ਜਗ ਚਾਨਣ ਹੋਆ। ਜਿਉ ਕਰ ਸੂਰਜ ਨਿਕਲਿਆ, ਜਿਉ ਕਰ ਸੂਰਜ ਨਿਕਲਿਆ, ਜਿਉ ਕਰ ਸੂਰਜ ਤਾਰੇ ਛਪੇ ਅੰਧੇਰ ਪਲੋਆ, ਤਾਰੇ ਛਪੇ ਅੰਧੇਰ ਪਲੋਆ, ਤਾਰੇ ਛਪੇ ਅੰਧੇਰ ਪਲੋਆ, ਤਾਰੇ ਛਪੇ ਅੰਧੇਰ ਪਲੋ। ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ। ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ। ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਹੇ ਬਿਬੇਕ। ਅਪਰੰਪਰ ਹਰਿ ਹਰੇ ਪੀ ਹੋਵਨ ਹਾਰ, ਹੇ ਸੰਤ ਕੈ ਸਦਾ ਸੰਗ ਧਾਰਾ ਆਧਾਰ। ਹੇ ਠਾਕੁਰ ਹਾਂ ਦਾਸੁਰ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਤ ਦਇਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੀਵੰਦੇ ਗੁਰ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੀਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
दंडोत बंदन